हाँ जी, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਸਭ ਦਾ ਰਾਜ ਮਲਹੋਤਰਾ IAS YouTube ਚੈਨਲ 'ਤੇ ਸਵਾਗਤ ਕਰਦੀ ਹਾਂ। ਆਪਣਾ ਕਰੰਟ ਅਫੇਅਰ ਦਾ ਜਿਹੜਾ ਸੈਸ਼ਨ ਹੈ ਉਹ ਜਾਰੀ ਹੈ। ਸਪੇਸ ਟੈਕਨੋਲੋਜੀ ਆਪਾਂ ਕਰ ਚੁੱਕੇ ਹਾਂ। ਸੈਕਿੰਡ ਟੌਪਿਕ ਐਂਡ ਇੰਪੋਰਟੈਂਟ ਟੌਪਿਕ ਆਪਾਂ ਅੱਜ ਸ਼ੁਰੂ ਕਰ ਰਹੇ ਹਾਂ डिफेंस टेक्नोलॉजी। I'll try that we will finish that in max to max 2 videos because this is important part. But ਧਿਆਨ ਨਾਲ ਆਪਾਂ ਸਮਝਣਾ ਹੈ, ਆਪਾਂ ਬੇਸਿਕਸ ਨੂੰ ਨਾਲ ਲੈ ਕੇ ਚੱਲਾਂਗੇ, ਠੀਕ ਹੈ, ਬਿਕਾਜ਼ ਥੋੜ੍ਹਾ ਜਿਹਾ ਬੇਸ ਜਿਹੜਾ ਹੁੰਦਾ ਡਿਫੈਂਸ ਵਿੱਚ ਆਪਣਾ ਘੱਟ ਹੁੰਦਾ। ਆਲਦੋ ਸਪੇਸ ਰਿਲੇਟਡ ਆਪਾਂ ਕੁਛ ਟੌਪਿਕ ਸਮਝ ਵੀ ਲੈਂਦੇ ਹਾਂ, ਬਟ ਡਿਫੈਂਸ ਰਿਲੇਟਡ ਆਪਾਂ ਨੂੰ ਥੋੜ੍ਹੇ ਜਿਹੇ ਬੇਸਿਕਸ ਵੀ ਨਾਲ ਪਤਾ ਹੋਣੇ ਚਾਹੀਦੇ ਆ। ਸੋ ਆਈ ਟਰਾਈ ਟੂ ਹੈਵ ਦੀ conversation on both the things, right? So let's start with the basics and then I just try to add the current affairs to that, right? ਚਲੋ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਡਿਫੈਂਸ ਟੈਕਨੋਲੋਜੀ ਸਭ ਨੂੰ ਆਪਾਂ ਨੂੰ ਪਤਾ ਹੈ ਕਿ ਜਿਹੜੀ ਕਿਸੇ ਵੀ ਦੇਸ਼ ਲਈ ਉਹਦੀ ਸੋਵਰਨਿਟੀ ਬਹੁਤ ਇੰਪੋਰਟੈਂਟ ਹੈ ਐਂਡ ਉਹਦੇ ਲਈ ਆਪਾਂ ਨੂੰ ਡਿਫੈਂਸ ਜਿਹੜਾ ਇੰਪੋਰਟੈਂਟ ਪਾਰਟ ਹੈ ਕਿਸੇ ਵੀ ਦੇਸ਼ ਦੀ ਇੰਟਰਨਲ ਐਜ਼ ਐਕਸਟਰਨਲ ਸਿਕਿਉਰਿਟੀ ਦੇ ਵਿੱਚ। ਆਪਣੀ ਜਿਹੜੇ ਚੀਫ ਆਪਾਂ ਅਗਰ ਪੋਲਿਟੀ ਪੜ੍ਹਦੇ ਹਾਂ ਨੋਰਮਲ ਤਾਂ ਆਪਾਂ ਪੜ੍ਹਦੇ ਹਾਂ ਜਿਹੜੇ ਚੀਫ ਕਮਾਂਡਰ ਆਫ ਆਲ 3 ਫੋਰਸਿਸ ਇਜ਼ ਪ੍ਰੈਜ਼ੀਡੈਂਟ ਐਂਡ ਆਲ ਦ ਪਾਵਰ of that particular ministry is in the cabinet। proper आपके कोई डिफेंस मिनिस्ट्री है, ठीक है, जी केटर करती है। एंड अपना इत्थे जिहड़ा कंसर्न है वो डिफेंस मिनिस्ट्री नाल नहीं, डिफेंस मिनिस्ट्री के अंडर यूज़ होने वाली टैक्नोलॉजीज नाल आ। सो इफ आई एम वेरी टू बी वेरी स्पेसिफिक आई जस्ट कैन नेम द DRDO, राइट, डिफेंस रिसर्च एंड डेवलपमेंट ऑर्गेनाइजेशन। सबने सुनिया होगा। DRDO is responsible for near about 55% of the defense equipments, for the manufacturing of defense equipments which are used by the defense forces। So DRDO ਕਿਹੜੇ ਟੈਕਨੋਲॉजीज यूज़ कर रहे हैं या नवे ਮਿਸਾਈਲਸ ਕਿਹੜੇ ਯੂਜ਼ ਦੇ ਵਿੱਚ ਨੇ, ਠੀਕ ਹੈ, ਜਾਂ ਕੋਈ ਏਅਰਕ੍ਰਾਫਟਸ ਕਿਹੜੇ ਨਿਊਜ਼ ਜਾ ਰਹੇ ਨੇ, ਸਬਮਰੀਨਸ ਕਿਹੜੀਆਂ ਨੇ, ਇਹ ਆਪਾਂ ਸਭ ਨੇ ਪੜ੍ਹਨਾ ਹੈ, ਠੀਕ ਹੈ। ਤਾਂ ਬਰੀਫ ਆਈਡੀਆ ਰਿਗਾਰਡਿੰਗ ਦੀ ਡਿਫੈਂਸ ਐਂਡ ਬਾਕੀ ਨੂੰ ਸਮਝਦੇ ਹੋ ਕਿ ਕੋਈ ਵੀ ਦੇਸ਼ ਆਪਣੀ ਡੈਮੋਕ੍ਰੇਸੀ 'ਤੇ ਪਹਿਲਾਂ ਕੰਮ ਕਰਦਾ ਫਿਰ ਮਿਲਟਰੀ 'ਤੇ ਕੰਮ ਕਰਦਾ। ਸੇਮ ਗੋਜ਼ ਫॉर ਅਸ, ਵੀ ਫਰਸਟ ਫੋਕਸਡ ਔਨ ਡੈਮੋਕ੍ਰੇਟਾਈਜੇਸ਼ਨ ਐਂਡ ਦੈਨ ਵੀ ਫੋਕਸ ਔਨ ਮਿਲਟਰਾਈਜੇਸ਼ਨ। ਐਂਡ ਅਗਰ ਆਪਾਂ ਅੱਜ ਦੀ ਗੱਲ ਕਰੀਏ ਐਜ਼ ਪਰ ਸਿਪਰੀ ਰਿਪੋਰਟ ਵੀ ਆਰ ਵਨ ਆਫ ਦੀ ਲਾਰਜੈਸਟ ਕੰਟਰੀ ਵਿਚ ਇਜ਼ ਹੈਵਿੰਗ ਦੀ ਲਾਰਜੈਸਟ ਐਕਸਪੈਂਡੀਚਰ on the defense equipments and we are second largest importer after Ukraine in 2024 as per CPD report। So we are doing a lot in that। We are trying to invest a good amount of money on our defense forces, defense expenditure and the upcoming technologies of 3 forces, ठीक है। So overall थोड़ा जा idea हो गया होएगा ਜਿਹੜਾ मिनिस्ट्री है डिफेंस ਦੀ, ठीक है, ਉਹਦੇ ਅੰਦਰ ਆਪਾਂ ਨੂੰ 5 ਡਿਪਾਰਟਮੈਂਟ ਮਿਲਦੇ ਆ। ਇਹ ਥੋੜਾ ਧਿਆਨ 'ਚ ਰੱਖ ਲਿਓ। डिपार्टमेंट ऑफ डिफेंस, डिपार्टमेंट ऑफ मिलिट्री अफेयर्स, डिपार्टमेंट ऑफ डिफेंस प्रोडक्शन, डिपार्टमेंट ऑफ डिफेंस रिसर्च एंड डेवलपमेंट एंड डिपार्टमेंट ऑफ एक्स सर्विसमैन वैलफेयर। ਇਹ 5 ਡਿਪਾਰਟਮੈਂਟ ਦੇ ਵਿੱਚੋਂ ਆਪਣੇ ਕੰਮ ਦਾ ਇੱਥੇ ਕਿਹੜਾ ਆ? ਇਹ डिपार्टमेंट ऑफ डिफेंस रिसर्च एंड डेवलपमेंट। ਇਸ डिपार्टमेंट ਦੇ ਅੰਦਰ ਇੱਕ ਬੋਡੀ ਹੈ DRDO ਜਿਹਦੇ ਬਾਰੇ ਆਪਾਂ ਪੜ੍ਹਨਾ, ਠੀਕ ਹੈ, डिफेंस रिसर्च एंड डेवलपमेंट ऑर्गेनाइजेशन। कदों बनी सी? दैट वाज एस्टैब्लिश्ड इन 1958 एंड इट रिस्पॉन्सिबल फॉर दी इट इज़ द मेन रिसर्च एंड डेवलपमेंट एजेंसी ऑफ दी मिनिस्ट्री ऑफ डिफेंस। DRDO बारे ध्यान च रखना है। तुसीं मैंने कमेंट सैक्शन दसना है। थोड़े टाइम पहला एक कमेटी न्यूज़ ਵਿੱਚ आई सी ਜਿਹੜੀ ਕਮੇਟੀ ਨੂੰ ਇਸਟੈਬਲਿਸ਼ ਕਿਉਂ ਕਰਿਆ ਗਿਆ ਸੀ ਕਿ ਬਈ ਜਿਹੜਾ DRDO ਆ ਉਹ ਨੋ ਡਾਊਟ ਇਟ ਇਜ਼ ਵਨ ਆਫ ਦੀ ਬੈਸਟ ਪਰਫੋਰਮਿੰਗ ਯੂਨਿਟ ਔਰ ਆਰਗੇਨਾਈਜੇਸ਼ਨ ਆਫ ਇੰਡੀਅਨ ਗਵਰਨਮੈਂਟ, ਬਟ ਕਿਤੇ ਨਾ ਕਿਤੇ ਪ੍ਰੋਬਲਮਸ ਆ ਰਹੀਆਂ ਨੇ ਕਿ ਜਿੰਨਾ ਉਹਨਾਂ ਨੂੰ ਐਲੋਕੇਟ ਹੋ ਰਹੇ ਨੇ ਪ੍ਰੋਜੈਕਟਸ ਉਹਨਾਂ ਨਾਲ ਬਹੁਤ ਘੱਟ ਕਰ ਰਹੇ ਨੇ ਉਹ। ਸੋ ਇੱਕ ਪ੍ਰੋਪਰ ਪੈਨਲ ਬੈਠਿਆ ਸੀ, ਇੱਕ ਕਮੇਟੀ ਬਣੀ ਸੀ ਟੂ ਚੈੱਕ ਦੀ ਵਰਕਿੰਗ ਆਫ DRDO। ਯੂ ਹੈਵ ਟੂ ਨੇਮ ਦੈਟ ਪਰਟੀਕੂਲਰ ਕਮੇਟੀ ਇਨ ਦੀ ਕਮੈਂਟ ਸੈਕਸ਼ਨ, ਠੀਕ ਹੈ, ਧਿਆਨ ਨਾਲ ਮੈਨੂੰ ਦੱਸਣਾ ਹੈ। ਅੱਛਾ ਜੀ, ਸੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਡਿਸਕਸ ਕਰਨ ਵਾਲੇ ਹਾਂ ਮਿਸਾਈਲਸ ਨੇ। ਆਪਾਂ ਨੇ ਸਪੇਸ ਵਿੱਚ ਵੀ ਚੀਜ਼ਾਂ ਪੜ੍ਹੀਆਂ ਸੀ ਸੈਟੇਲਾਈਟ ਦੇ ਵਿੱਚ। ਦੇਖੋ ਰੌਕਟ ਹੈ, ਇੱਕ ਰੌਕਟ ਕੰਮ ਕਰਦਾ ਥਰਡ ਲਾਅ ਆਫ ਮੋਸ਼ਨ ਐਂਡ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ 'ਤੇ। ਜਦੋਂ ਆਪਾਂ ਰੌਕਟ ਨੂੰ ਲਾਂਚ ਕਰਦੇ ਹਾਂ, ਹੁਣ ਰੌਕਟ ਦੇ ਉੱਪਰ ਅਗਰ ਤਾਂ ਮੈਂ ਸੈਟੇਲਾਈਟ ਰੱਖ ਦਿੱਤਾ ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ? ਲਾਂਚ ਵਹੀਕਲ। ਜੇ ਮੈਂ ਉਸੇ ਰੌਕਟ ਦੇ ਉੱਪਰ ਵਾਰ ਹੈਡ ਰੱਖ ਦੇਵਾਂ, ਕੋਈ ਵੈਪਨ ਰੱਖ ਦੇਵਾਂ ਤਾਂ ਉਹਨੂੰ ਆਪਾਂ ਕੀ ਬੋਲਾਂਗੇ? ਮਿਸਾਈਲਸ ਬੋਲਾਂਗੇ, ਠੀਕ ਹੈ। ਤਾਂ ਇਹ ਪਤਾ ਹੋਣਾ ਚਾਹੀਦਾ ਮਿਸਾਈਲਸ ਦੀ ਡਿਵੈਲਪਮੈਂਟ ਐਂਡ ਲਾਂਚ ਵਹੀਕਲ ਦੀ ਡਿਵੈਲਪਮੈਂਟ ਸਾਈਮਲਟੇਨੀਅਸਲੀ ਚੱਲੀ ਆ ਆਪਣੇ ਦੇਸ਼ ਦੇ ਵਿੱਚ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਮਿਸਾਈਲਸ ਬਹੁਤ ਤਰੀਕੇ ਦੀਆਂ ਹੁੰਦੀਆਂ ਨੇ। ਤੁਹਾਨੂੰ ਲੌਂਗ ਰੇਂਜ, ਸ਼ਾਰਟ ਰੇਂਜ ਮਿਲ ਜਾਣਗੀਆਂ, ਰਾਈਟ। ਲੌਂਗ ਰੇਂਜ ਦੇ ਵਿੱਚ ਤੁਸੀਂ ਅਗਨੀ ਮਿਸਾਈਲ ਦਾ ਨਾਮ ਸੁਣਿਆ ਹੋਊਗਾ। ਸ਼ਾਰਟ ਰੇਂਜ ਦੇ ਵਿੱਚ ਪ੍ਰਿਥਵੀ, ਤ੍ਰਿਸ਼ੂਲ ਆ ਗਈਆਂ,
ठीक है, आकाश मिसाइल आ गई। एक तो रेंज के बेसिस से होंगे ने, दूसरा होंगे है कि भी ऑन द बेसिस ऑफ द लॉन्च मोड, भी सरफेस तो लॉन्च किया, सरफेस जाके हिट करूगी, जिमें अग्नि मिसाइल है राइट। कई होंगे सरफेस तो लॉन्च करते एयर च जाके हिट कर दियाँ ने, जिदा कि तुम एग्जाम्पल ले सकते हो आकाश मिसाइल अपनी सरफेस लॉन्च करो, एयर टारगेट नू हिट कर दिया। वो बिना अपने को अस्त्र मिसाइल आ, मीका मिसाइल ने जड़ियाँ एयर टू एयर ने, मतलब एयर टू एयर ही एयरक्राफ्ट तो एयरक्राफ्ट तक ही लॉन्च होंदियां ने। सो लॉन्च मोड से भी हो सकदियां ने, स्पीड के बेसिस से भी हो सकदियां ने। अपने पहला भी गल की प्रॉपरली पिछली क्लासिस दे विच। अगर तो जी तुहाडी मिसाइल आ, लाइक इफ द मिसाइल इज़ मूविंग विद द स्पीड ऑफ साउंड, उन्हें बोलते हैं 1 मैक, ठीक है। मिसाइल की स्पीड किस टर्म के आप कैलकुलेट करते हैं, मैक की टर्म के। मैं पिछली लेक्चर भी समझाया सी एक चीज़, ये अपने पता होनी चाहिए, इंपॉर्टेंट है, ठीक है। तो मैक नंबर याद रखना। मैक 1 का मतलब क्या है कि योर मिसाइल इज मूविंग विद द सेम स्पीड एज द स्पीड ऑफ साउंड, सो इन दैट केस इट विल बी ट्रांसोनिक मिसाइल। इफ द मिसाइल इज मूविंग मोर देन द स्पीड ऑफ साउंड, दैट विल बी योर सुपरसोनिक मिसाइल। इफ द स्पीड ऑफ मिसाइल इज 5 टाइम्स द स्पीड ऑफ साउंड, मतलब 5 मैक तो ज़्यादा है, तो उस आप की बोलते हैं हाइपरसोनिक, ठीक है जी। ये ध्यान रखना। अपने को कोई सुपरसोनिक मिसाइल हैगी आ, सुपरसोनिक जिहदी स्पीड 1 मैक तो ज़्यादा हो बट 5 मैक तो घट हो, बिल्कुल हैगी है सुपरसोनिक मिसाइल अपने को। उहदा नाम की आ ब्रह्मोस। किहड़ी? ब्रह्मोस मिसाइल। कि अपने को हाइपरसोनिक मिसाइल हैगी आ, फिलहाल नहीं हैगी, आप डिज़ाइन करते हैं, एक सक्सैसफुली टेस्ट वह हो भी चुके हैं। तो जी अपनी ब्रह्मोस 2 होएगी, ब्रह्मोस 2 वो अपनी कड़ी होएगी हाइपरसोनिक मिसाइल होएगी। एंड एक होर आप बना रहे हैं शौर्य मिसाइल, शौर्य मिसाइल भी की होएगी हाइपरसोनिक होएगी। अच्छा जी, तो मैं पिछली क्लास दस दिता सी जो सुपरसोनिक ने उदों किहड़े इंजन यूज़ होंगे ने, रैमजेट इंजनस, ठीक है। जो अपने हाइपरसोनिक मिसाइल तो लेके जानी है उदों किहड़े इंजन होंगे ने, स्क्रैमजेट इंजन, ठीक है। ये अपन पता होना चाहिए। तो इस बेसिस से भी मिसाइल्स की टाइप हो सकती है। एक जी इंपॉर्टेंट टाइप आ वो हैगी ऑन द बेसिस ऑफ देयर लॉन्च पाथ फॉलोड। एक होंगे ने बैलिस्टिक मिसाइल्स, एक होंगे ने क्रूज मिसाइल्स, ठीक है। एक इंपॉर्टेंट टाइप आ बई, ये ध्यान ना पढ़ना अपनी, ठीक है। किहड़ियां ने, एक अपने को होंगी बैलिस्टिक मिसाइल, एक होंगे ने क्रूज मिसाइल। इनका डिफरेंस की आ, सिंपल देखो, कहते जी बैलिस्टिक मिसाइल आ उन्होंने इतों लॉन्च करो, मैक्सिमम हाइट पर पहुँचूगी, जाके हिट कर दूगी टारगेट नूं, सिंपल। मतलब अंडर द ग्रेविटी इट विल जस्ट गो आउट ऑफ द एटमोसफेयर, विल री-एंटर द एटमोसफेयर एंड हिट द टारगेट, सिंपल। दैट इज द फंक्शनिंग ऑफ बैलिस्टिक मिसाइल। क्रूज मिसाइल विच कहते हुण बैलिस्टिक मिसाइल विच तुसीं की करिया, बस उन्होंने इनीशियली तुसीं स्टार्ट किया, वो मैक्सिमम हाइट अटेन करूगी, अंडर ग्रेविटी उन्हें अपने वापस आ जाना। मतलब उन्होंने ध्यान कौन रख रहा है, ग्रेविटी रख रही है। क्रूज मिसाइल से इदा नहीं होंदा, आप ग्रेविटी के सहारे नहीं छड्डदे, आप अंदर की पा देंगे जैट इंजनस, जिमें अपने एयरक्राफ्ट उड़ते आ, एयरप्लेन्स एरोप्लेन उड़ते आ, वो किदा होंदा, वो अंदर इंजनस ने, इंजन एक प्रॉपर डायरैक्शन मूव कर जाते हैं स्ट्रेट लाइन के। तो जो क्रूज मिसाइल्स ने वो एक स्ट्रेट पाथ फॉलो करदियां ने, दे हैव जेट इंजनस एंड दे जस्ट हिट द टारगेट, बस। ये सिर्फ और सिर्फ अपने ग्रेविटी के सहारे नहीं रहिंदियां। ये 2 टाइप्स ने। बैलिस्टिक मिसाइल की होंदा, जो टारगेट है वो प्री डिटरमाइंड होंदा, टारगेट अगर हिल गया तो वो मिसाइल जो टारगेट हिट नहीं करूगी। अगर अपने को क्रूज मिसाइल आ, क्रूज मिसाइल की केस की होंदा कि फायर एंड फॉरगेट, मतलब तुम एक बार उन्होंने लॉक कर दो टारगेट नूं, अगर टारगेट अपनी जगह तो हिलूगा भी उन्हें जाके हिट कर देना, बिकॉज वो कंट्रोल्ड होंगी है ना। इन्हें आप गाइडेड मिसाइल भी बोल दें, भी आप गाइड कर रहे हैं उन्होंने, अनगाइडेड बोलते हैं बैलिस्टिक नूं, बस तुम एक बार लॉन्च करनी है, हाइट सैट कर देनी है, अपने आप हाइट पर पहुँच के उन्हें टारगेट में हिट कर देना अंडर दी ग्रेविटी। जी क्रूज आ वो बिल्कुल नीचे मूव कर दी है, वो एटमोसफेयर तो बाहर नहीं जाती, बहुत ज़्यादा स्पीड नाल मूव कर दी है। जनरली मैं कह रही हाँ ज़्यादातर बैलिस्टिक मिसाइल की रेंज जी होंगी है वो ज़्यादा होंगी है, तो जी स्पीड वो क्रूज मिसाइल की ज़्यादा होंगी है ऑन जनरल बेसिस, ठीक है। अच्छा, कोई बैलिस्टिक मिसाइल एग्जाम्पल अग्नि याद रख लियो, कोई क्रूज मिसाइल एग्जाम्पल तुम याद रख सकते हो ब्रह्मोस, ब्रह्मोस है, निर्भय है, ठीक है। ये तुम्हें पता होना चाहिए। होप तो गल समझ आई होगी, ब्रीफ आइडिया हो गया होगा। हुण आप करंट अफेयर ते जा सकते हैं। उधर पहला एक प्रोग्राम बारे आपको पता होना चाहिए सबनों, बहुत इंपॉर्टेंट, IGMDP सुनिया भी होगा तुसी, इंटीग्रेटेड गाइडेड मिसाइल डेवलपमेंट प्रोग्राम, ठीक है। तो आपने 1983 ਦੇ ਵਿੱਚ मिशन लॉन्च करिया कि साडे देश ਨੂੰ इंडिजीनियसली बिल्ट मिसाइल चाहिए ने, तो मिसाइल मैन ऑफ इंडिया आप किनू बोलते हैं, डॉक्टर APJ अब्दुल कलाम। ही वॉज द डायरेक्टर ऑफ DRDO and he started the project of IGMDP way back in 1983, and finally we achieved our objectives and we closed that program on 8 January 2008.
2008 ਦੇ ਵਿੱਚ ਆਪਾਂ ਨੇ ਕੰਪਲੀਟ ਕਰਤਾ। ਇਸ ਮਿਸ਼ਨ ਦੇ ਅੰਦਰ ਆਪਾਂ ਨੇ ਬਲਿਸਟਿਕ ਮਿਸਾਈਲਸ ਬਣਾਈਆਂ। ਇਸ ਮਿਸ਼ਨ ਦੇ ਅੰਦਰ ਆਪਾਂ ਨੇ ਬਲਿਸਟਿਕ ਮਿਸਾਈਲਸ ਬਣਾਈਆਂ, 5 ਬਣਾਈਆਂ। ਉਹਨਾਂ ਦੇ ਕਮ ਸੇ ਕਮ ਨਾਮ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਯੂ ਕੈਨ ਸੀ, ਠੀਕ ਹੈ, त्रिशूल, अग्नि, पृथ्वी, आकाश, नाग, ये अपने पता होना चाहिए। पटना करके याद भी कर सकते हो ना, एक्रोनियम हैगा एक पटना, याद रखना है। त्रिशूल मिसाइल है, शॉर्ट रेंज सरफेस टू एयर मिसाइल है। अग्नि सरफेस टू सरफेस मिसाइल है। पृथ्वी शॉर्ट रेंज सरफेस टू सरफेस मिसाइल है। आकाश मीडियम रेंज सरफेस टू एयर मिसाइल है। एंड जी नाग आ दैट इज़ एंटी टैंक गाइडेड मिसाइल। एंटी टैंक का मतलब स्पैसीफिकली टैंक्स नूं डिस्ट्रॉय करने वास्ते बनाई जाती है। ये भी अगे थोड़े अपन डिफरेंट ये वेरिएंट्स मिलते हैं, जिमें हेलीना सुनिया होगा, नामिका, ठीक है, हेलीना, नामिका। हेलीना की आ ਜਿਹੜਾ ਤੁਸੀਂ ਹੈਲੀਕਾਪਟਰ ਤੋਂ ਲਾਂਚ ਕਰਦੇ ਹੋ ਨਾਗ ਮਿਸਾਈਲਸ। ਨਾਮਿਕਾ ਕੀ ਆ, ਇਹ ਜਿਹੜਾ ਨਾਗ ਮਿਸਾਈਲ ਕੈਰੀਅਰ ਆ, ਇੱਕ ਟੈਂਕ ਆ ਜਿਹਨੂੰ ਆਪਾਂ ਚੇਂਜ ਕਰਕੇ ਉਹਦੇ ਵਿੱਚ ਮਿਸਾਈਲਸ ਰੱਖ ਕੇ ਲੈ ਕੇ ਜਾਂਦੇ ਆ, ਦੈਟ ਇਜ਼ ਨਾਮਿਕਾ। ਇਹ ਦੋ ਵੇਰੀਐਂਟਸ ਨੇ ਨਾਗ ਮਿਸਾਈਲ ਦੇ, ਠੀਕ ਹੈ। ਮੈਂ ਬਰੀਫ ਇਹਦੇ ਬਾਰੇ ਦੱਸੂਗੀ, ਬਾਕੀ ਬਸ ਨਾਮ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਕਮ ਸੇ ਕਮ ਇਹ ਮਿਸਾਈਲਸ ਦਾ ਪਤਾ ਹੀ ਹੋਣ ਕਿ ਆਪਣੇ ਦੇਸ਼ ਦੀਆਂ ਪਹਿਲੀਆਂ ਕਿਹੜੀਆਂ ਮਿਸਾਈਲਸ ਬਣੀਆਂ ਸੀ, 5 पटना, ठीक है। आप याद रखना है IGMDB प्रोग्राम के अंडर हैड कौन सी, डॉक्टर APJ अब्दुल कलाम, जिहदे करके उन्होंने की कहा जाता है मिसाइल मैन ऑफ इंडिया, ठीक है जी। अच्छा, त्रिशूल मिसाइल का रेंज बहुत छोटा सी बई, सरफेस टू सरफेस मिसाइल है, सॉरी सरफेस टू एयर मिसाइल है, बहुत छोटी रेंज सी, 9 तो 12 किलोमीटर के राउंड। कितनी? 9 तो 12 किलोमीटर के राउंड। ये बननी बंद हो चुकी है, बहुत प्रॉब्लम्स आईयां, बहुत डिले होंदे गए, तो ये रिक्वायरमेंट्स उदों आईयां नहीं अपने कोले। फिर अपने बराक 8 खरीद ली सी, बराक 8 इजराइल दी आ, सो इंडो इजराइल इकट्ठे आप बनाई है। त्रिशूल ऑफिशियली क्लोज हो चुका है बनना, याद रखना। त्रिशूल मिसाइल हुण बनदी नहीं ये सिस्टम दे विचों। अगर आपने ये पूछे कि IGMDB दे विचों सब तो पहला किहड़ी मिसाइल बनी सी, सब तो पहला किहड़ी बनी सी? पृथ्वी मिसाइल। सब तो पहला बनी सी पृथ्वी मिसाइल। पृथ्वी मिसाइल के वर्जन ने पृथ्वी 1, पृथ्वी 2, पृथ्वी 3, है ना। पृथ्वी 1 जिहड़ा हैगा वो आर्मी यूज़ करती है। पृथ्वी 1 आर्मी नूं भी रिप्लेस कर दिता गया विद प्रहार मिसाइल। किहड़ी मिसाइल? प्रहार मिसाइल। ये भी ध्यान रख लियो, ठीक है। चलो ये हो गया। आकाश याद रखना बई इंपॉर्टेंट है, मीडियम रेंज सरफेस टू एयर मिसाइल। मीडियम रेंज सरफेस टू एयर मिसाइल क्यों इंपॉर्टेंट है? एक तो ये वन ऑफ दी लाइक इट इज़ वन ऑफ दी एक्सपेंसिव मिसाइल ऑफ इंडिया। ये दो ਜਿਹੜੇ ਹੈਗੇ ਨੇ ਨਵੇਂ ਵੇਰੀਐਂਟਸ ਨਿਊਜ਼ ਦੇ ਵਿੱਚ ਨੇ, ਇੱਕ ਹੈਗਾ ਆਕਾਸ਼ ਪ੍ਰਾਈਮ, ਇੱਕ ਹੈਗਾ ਆਕਾਸ਼ ਨਿਊ ਜਨਰੇਸ਼ਨ। याद रखियो नॉर्मल आकाश की रेंज कितनी आ 27 to 30 किलोमीटर आ। जिहड़ा आकाश प्राइम न्यू जनरेशन है ये आपने ये रेंज वधाती कितनी कर दी आ 70 किलोमीटर। आकाश न्यू जनरेशन के रेंज कितनी हो चुकी है 70 किलोमीटर। जिहड़ा आकाश प्राइम है ये आपने एक नवा एक्टिव रेडियो फ्रीकुएंसी सीकर सैट करिया, ठीक है। मतलब एक डिवाइस जिवें रडार काम करते हैं ना वो एक डिवाइस करिया कि अगर ये मिसाइल लाइक एयर दे विच होएगी तो अपने टारगेट ਨੂੰ फाइंड आउट कर लूगी, ਉਹਦੇ ਤੋਂ ਜਿਹੜੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨੇ ਉਹਨਾਂ ਨੂੰ ਪਹੁੰਚਾ ਕੇ ਜਿਹੜਾ ਟਾਰਗੇਟ ਆ ਉਹਦੀ ਲੋਕੇਸ਼ਨ, ਪੋਜੀਸ਼ਨ, ਐਲਟੀट्यूड है ना सब कुछ पता कर सकती है। एक्टिव रेडियो फ्रीकुएंसी सीकर लगाया, बस ध्यान से रखियो एक्टिव रेडियो फ्रीकुएंसी सीकर। तो दो वेरिएंट्स न्यूज़ ਦੇ ਵਿੱਚ ਨੇ, अग्नि सॉरी आकाश प्राइम, आकाश न्यू जनरेशन। होप ਤੁਹਾਨੂੰ समझ आया होगा, बाकी लिखा सब होया। पृथ्वी इंपॉर्टेंट है, अग्नि तो बहुत ही ज़्यादा इंपॉर्टेंट है, ठीक है। ये रिलेटेड भी न्यूज़ ਦੇ ਵਿੱਚ है मिशन दिव्यास्त्र। अग्नि तो आप चंगे तरीके नाल करनी है, तो आपू कम से कम इन्होंने मिसाइल्स बारे का पता होना चाहिए ही चाहिए, ठीक है। तो ध्यान से रखियो बई, होप तुहानूं गल समझ आ गई होएगी। जिवें मैं कहा सी अग्नि मिसाइल बहुत ज़्यादा इंपॉर्टेंट है, ठीक है। ये रिलेटेड आपू क्वेश्चन पूछे जाते हैं। एक तो रेंज का आइडिया हो बई, एक तो थोड़ा रेंज का आइडिया हो जिवें अग्नि 1 आ वो रेंज तकरीबन कितनी आ 700 to 1200 किलोमीटर। जो अपने को पूछे अग्नि 2 ये कितनी आ 2000 to 3500 किलोमीटर। अग्नि 3 की कितनी आ तकरीबन 3000 to 5000 किलोमीटर। अग्नि 4 की कितनी आ अगेन 3500 to 4000 किलोमीटर। अग्नि 5 की कितनी आ 55 to 8000 किलोमीटर, ठीक है, ध्यान से रखना। अग्नि 6 की कितनी आ जी 11,000 to 1200 किलोमीटर। अग्नि 5 तक आप प्रॉपरली बना चुके हैं, डिप्लॉय कर चुके हैं, टेस्ट हो चुके हैं। अग्नि 6 हाले नहीं बनी, इट इज़ अंडर डिप्लॉयमेंट एंड अग्नि 6 विल बी ICBM। ICBM समझते हो, इंटर कंटिनेंटल बैलिस्टिक मिसाइल। एक
ਕੰਟੀਨੈਂਟ ਤੋਂ ਦੂਸਰੇ ਕੰਟੀਨੈਂਟ 'ਤੇ ਅਟੈਕ ਕਰ ਸਕਦੀ ਹੈ ਬਿਕੋਜ਼ ਆਫ ਹਾਈ ਰੇਂਜ। ਠੀਕ ਹੈ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਸੋ ਇਹਨਾਂ ਬਾਰੇ ਆਈਡੀਆ ਹੋਣਾ ਚਾਹੀਦਾ। ਇੱਕ ਕੁਐਸਚਨ ਹੋਰ ਬਣਦਾ ਜੋ ਤੁਸੀਂ ਮੈਨੂੰ ਦੱਸੋਗੇ ਕਿ ਕਿੰਨੇ ਸਟੇਜ ਆ, ਜਿਵੇਂ ਅਗਨੀ 1 ਸਟੇਜ ਆ, ਅਗਨੀ 2 ਸਟੇਜ ਹੈ, ਅਗਨੀ 3 ਵੀ 2 ਸਟੇਜ ਹੈ, ਅਗਨੀ 4 2 ਸਟੇਜ ਆ, ਅਗਨੀ 5 3 ਸਟੇਜ ਆ। ਤੁਸੀਂ ਮੈਨੂੰ ਅਗਨੀ 1 ਤੋਂ ਲੈ ਕੇ ਅਗਨੀ 6 ਤੱਕ ਦੀਆਂ ਸਟੇਜਸ ਲਿਖਣੀਆਂ ਨੇ। ਠੀਕ ਹੈ, ਕਿ ਜਿਹੜੀ ਮਿਸਾਈਲ ਆ ਇਹ ਕਿੰਨੇ ਸਟੇਜ ਆ, ਸੋਲਿਡ ਸਟੇਜ ਆ, ਲਿਕੁਇਡ ਸਟੇਜ ਆ। ਚਲੋ ਇਹ ਵੀ ਰਹਿਣ ਦਿਓ, ਬਸ ਇਹ ਦੱਸ ਦਿਓ ਕਿ ਕਿੰਨੇ ਸਟੇਜ ਹੈ, 1 ਸਟੇਜ 2 ਸਟੇਜ 3 ਸਟੇਜ। ਆਈ ਨੀਡ ਆਂਸਰਸ। ਠੀਕ ਹੈ, ਜਿੰਨੇ ਬੱਚੇ ਵੀਡੀਓ ਦੇਖਣਗੇ ਉਹ ਆਂਸਰਸ ਲਿਖਣਗੇ। ਠੀਕ ਹੈ, ਇਫ आई एम पुटिंग efforts to you people, you have to also be attentive to that. I am not sure about how much you are gaining from these classes, but I am trying my best to give you everything, every related topic discussion we are going on here, which can help you in your mains, in your prelims, most importantly. ठीक है, तो ध्यान नाल इन चीज़ों को समझना है ते सुनना है। तो अग्नि इंपॉर्टेंट है भाई, अग्नि बारे थोड़ा जिहा आपां नूं होर पढ़ना पैना है। सॉरी एक पेज स्किप हो गया विच। अच्छा जी, इत्थों अग्नि तो आ जाओ। ये मेरे नोट्स ने आपां नहीं ऐड कर ले, इत्थों आप एक बार पढ़ते हैं। ओवरऑल आपां नूं अग्नि बारे प्रॉपरली ना आइडिया हो जाना इत्थों। ठीक है जी, चलो। कहते अग्नि मिसाइल आर लॉन्ग रेंज न्यूक्लियर वैपन कैपेबल सरफेस टू सरफेस बैलिस्टिक मिसाइल्स। कल्ला कल्ला अखर इंपॉर्टेंट है इत्थे। न्यूक्लियर कैपेबल ने, न्यूक्लियर वॉरहेड्स लेके जा सकदियां ने, सरफेस टू सरफेस अटैक करदियां ने, बैलिस्टिक मिसाइल्स ने। ठीक है, लॉन्ग रेंज भी ने, मीडियम रेंज भी ने। अच्छा, कहने अग्नि 1 सीरीज सी अपने कदों शुरू की, टेस्ट की 1989 दे विच, याद रख लियो। ठीक है जी, अग्नि 1 तो लैके अग्नि 4 तक कहने रेंज वेरी करती है 7000 टू 35 किलोमीटर तक। इन्नी रेंज कहते नहीं हैगी आ। एंड ये ऑलरेडी डिप्लॉय हो चुकिया ने, इन्होंने डिफरेंट वर्जनस ने जो आप अड अड तरीके यूज़ करते हैं। ठीक है जी, कहने जो अग्नि 5 है ये भी सक्सैसफुल टेस्ट हो चुकिया है। ठीक है, कहने एक होर अग्नि दा वेरिएंट न्यूज़ दे विच आ, उहनूं कहंदे ने अग्नि प्राइम। की कहंदे ने अग्नि प्राइम। अग्नि प्राइम की कोई नैक्सट वर्जन आ? नहीं, कहते अग्नि 1 ते अग्नि 2 जिहड़े नॉर्मल अग्नि 1 अग्नि 2 स्टार्टिंग वाले, उन्होंने थोड़ा जिहा अपने की करिया अपडेट करिया, इंप्रूव करिया उन्होंने। अग्नि प्राइम इज़ वन ऑफ द लाइटेस्ट मिसाइल नोन। हुण की अपडेट करिया, इनू बोलते ने इट इज़ कैनिस्टराइज्ड मिसाइल। कैनिस्टराइजेशन समझ हो, कैनिस्टर समझ हो, कंटेनर। तुसी मिसाइल्स नू कैनिस्टराइज्ड कर रहे हो, ਇਹਦਾ मतलब की है कि भी ਆਪਾਂ ਕੀ ਕਰ ਰਹੇ ਹਾਂ। ਪਹਿਲਾਂ ਕੀ ਹੁੰਦਾ ਹੈ, ਨॉर्मल ਮਿਸਾਈਲ ਆਪਾਂ ਨੇ ਲਾਂਚ ਕਰਨੀ ਹੈ, ਮੰਨ ਲਓ ਟਾਰਗੇਟ ਕੋਈ ਹਿੱਟ ਕਰਵਾਉਣਾ, ਆਪਾਂ ਪਹਿਲਾਂ ਗਰਾਊਂਡ ਸਟੇਸ਼ਨ ਲੱਭਾਂਗੇ, ਫਿਰ ਉੱਥੇ ਪ੍ਰੋਪਰ ਤੁਸੀਂ ਸੈਟਿੰਗ ਕਰੋਗੇ, ਅਸੈਂਬਲ ਕਰੋਗੇ ਚੀਜ਼ਾਂ ਨੂੰ, ਫਿਰ ਮਿਸਾਈਲ ਆਊਗੀ, ਮਿਸਾਈਲ ਨੂੰ ਡਿਪਲੋਏ ਕਰੋਗੇ, ਫਿਰ ਅਸੈਂਬਲ ਕਰੋਗੇ, ਫਿਰ ਉਹਨੂੰ ਲਾਂਚ ਕਰੋਗੇ। ਇੱਦਾਂ ਹੀ ਹੋਊਗਾ। ਆਪਾਂ ਬਣਾ ਰਹੇ ਹਾਂ ਰੈਡੀ ਟੂ ਲਾਂਚ ਮਿਸਾਈਲ ਸਿਸਟਮਸ। ਰੈਡੀ ਟੂ ਲਾਂਚ ਕਿ ਆਪਾਂ ਨੇ ਕ੍ਰਿਸਟਲਾਈਜ਼ਡ ਫਾਰਮ ਦੇ ਵਿੱਚ ਇੱਕ ਕੰਟੇਨਰ ਦੇ ਵਿੱਚ ਉਹਨੂੰ ਪ੍ਰੋਪਰਲੀ ਲੌਕ ਕਰਕੇ ਅਸੈਂਬਲ ਕਰਕੇ ਰੱਖ ਦਿੱਤਾ ਦੈਟ ਇਟ ਇਜ਼ ਰੈਡੀ ਟੂ ਫਾਇਰ। ਬਟ ਜਦੋਂ ਤੁਸੀਂ फायर करना बस ਸਾਨੂੰ ਦੱਸ ਦੇਣਾ, ਵੀ ਜਸਟ ਹੈਲਪ ਅਸ ਟੂ ਔਨ ਦੀ ਸਵਿਚ, ਇੱਦਾਂ ਸਮਝ ਲਓ। ਸੋ ਕੈਨਿਸਟਰਾਈਜ਼ਡ ਜਿਹੜਾ ਫਾਰਮ ਆਪਾਂ ਨੇ ਬਣਾਇਆ ਦੈਟ ਇਜ਼ ਅੰਡਰ ਅਗਨੀ ਪ੍ਰਾਈਮ। ਪਲੀਜ਼ ਧਿਆਨ ਨਾਲ ਸਮਝੋ, ਤੇ ਲਿਖਿਆ ਵੀ ਹੋਏਗਾ Agni P is modernized version of old generations of Agni 1 and Agni 2 equipped with latest technologies. It is 2-stage कैनिस्टराइज्ड सॉलिड प्रोपेलेंट मिसाइल। वेरी वेरी इंपॉर्टेंट, न्यूक्लियर कैपेबल हैगी आ, एडवांस गाइडेंस सिस्टम ने। कहते क्रिस्टलाइज्ड है ਤਾਂ ਕਰਕੇ ਇਹਨੂੰ ਆਪਾਂ ਕਿਤੋਂ ਵੀ ਲਾਂਚ, ਰੇਲ ਹੋਵੇ ਭਾਵੇਂ ਰੋਡਵੇਜ਼ ਹੋਣ, ਕਿਤੋਂ ਮਰਜ਼ੀ ਲਾਂਚ ਕਰ ਸਕਦੇ ਹੋ। ਤੁਸੀਂ ਇਹਨੂੰ ਲੌਂਗਰ ਪੀਰੀਅਡ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ, ਤੁਸੀਂ ਇਹਨੂੰ ਟਰਾਂਸਪੋਰਟ ਕਰ ਸਕਦੇ ਹੋ, ਕਿਤੇ ਵੀ ਇਹਨੂੰ ਲੈ ਕੇ ਜਾ ਸਕਦੇ ਹੋ ਅਕੋਰਡਿੰਗ ਟੂ ਆਪਰੇਸ਼ਨਲ ਰਿਕੁਆਇਰਮੈਂਟਸ। ਮਤਲਬ ਮੁੱਕਦੀ ਗੱਲ ਰੈਡੀ ਟੂ ਫਾਇਰ ਮਿਸਾइल अग्नि प्राइम। अच्छा जी, अग्नि 5 बारे गल होगी, अग्नि प्राइम बारे गल होगी। कहते 2022 ਦੇ ਵਿੱਚ DRDO ਨੇ नाइट टाइम कैपेबिलिटीज़ भी चैक कर लिया अग्नि 5 ਦੀਆਂ, अगर नाइट टाइम होवे उस टाइम ਤੇ ਕੀ ਇਹ ਪ੍ਰੋਪਰਲੀ ਆਪਣਾ टारगेट हिट कर सकती है सक्सैसफुली? यस कर सकती है। कहते अग्नि 6 ਜਿਹੜੀ ਆਊਗੀ that will be ICBM, that will be ICBM इंटरकंटीनेंटल बैलिस्टिक मिसाइल होगी एंड उसकी रेंज कितनी होगी? ओवर 7000 किलोमीटर। ठीक है जी, ओके। कहते एक मिशन होया सी, मिशन दिव्यस्त्र। वेरी वेरी इंपॉर्टेंट, नाम ध्यान च रखियो, मिशन दिव्यस्त्र की है? इट इज़ बेसिकली टेस्टिंग अग्नि 5 विद MIRV टेक्नोलॉजी, दैट इज़ मल्टीपल इंडिपेंडेंटली री एंट्री व्हीकल। जिसका मतलब की है, सिंपल समझो, मैंने मिसाइल लॉन्च करी, आप इदा समझ रहे हो, आप इतों मिसाइल लॉन्च करते हैं, ठीक है, मान लो मिसाइल लॉन्च करी, मिसाइल दे विच एक ही जगह 4 वॉरहेड्स ने, मतलब उन्हें 4 अड अड टारगेट्स नूं हिट करना। कहते जिहड़े टारगेट्स ने, एक इत्थे आ, एक इत्थे आ, एक इत्थे, एक इत्थे, 4 जगह टारगेट हिट करना। एंड इन्हां विच डिस्टेंस ना बहुत ज़्यादा,
मैं जिथे जिथे मैंने हिट करवाना जो लोकेशंस ने दे आर हंड्रड्स ऑफ किलोमीटर्स अपार्ट, बहुत दूर दूर ने। कि जब मैं इनू लॉन्च करूँ इत्थों कि इहदी कैपेबिलिटी हैगी कि इक्को टाइम ते ये मल्टीपल टारगेट्स नू हिट कर सकदा which are 100 kilometers apart, that is MIRV technology, multiple independently re-entry vehicle, MIRV technology। इन्हें पर टेस्ट करिया with Agni 5 एंड इस नू की बोलते ने मिशन दिव्यास्त्र, याद रखियो बस हो कुछ नहीं। कैन इट मतलब सिंपल गल की है कि वो मल्टीपल टारगेट्स नू हिट कर सकती है एट वंस, आंसर इज यस, दैट इज MIRV टेक्नोलॉजी विच इज टेस्टड अंडर ऑपरेशन दिव्यास्त्र या मिशन दिव्यास्त्र। ठीक है, होप तो क्लीयर हो गया बई, इंपॉर्टेंट सीगा ये बारे होप पढ़ लियो। 3 स्टेज सॉलिड फ्यूल इंजन आ, प्लीज़ अंडरस्टैंड दाना, होप तो समझ आ गया होगा। ठीक है, चलो नैक्सट हैगी ब्रह्मोस मिसाइल, इंपॉर्टेंट आ। ब्रह्मोस केड़ी मिसाइल है? क्रूज मिसाइल है। होप तो बैलिस्टिक ते क्रूज मिसाइल का फर्क समझ आ गया होगा। मैं ब्रीफ इंट्रोडक्शन देना चाहूँगी। IGM-DP ਦੇ ਵਿੱਚ ਤੁਸੀਂ ਕੀ ਬਣਾਇਆ? बैलिस्टिक मिसाइल्स ਬਣਾਈਆਂ। ठीक है, फिर हौली हौली टाइम बीतता गया, 1990 का टाइम आता है, गल्फ वॉर्स होंदियां ने, ईरान इराक वॉर होंदी आ, US इन्वेजन इन इराक तुसीं पढ़िया होगा अपनी वर्ल्ड हिस्टरी दे विच। उस टाइम ते जिहड़ी ईरान इराक वॉर्स ने ना, और जिह गल्फ वॉर्स ने, उन्होंने कई लोग कहते हैं दे वर फर्स्ट ग्लोबल स्पेस वॉर्स, दे वर स्पेस वॉर्स। हाउ स्पेस? फॉर द वेरी फर्स्ट टाइम वी हैव सीन दैट द बैटल वॉज नॉट ऑन द ग्राउंड but the battle was in the air. Like there were aircraft flying, there were GPS system used, there was missiles going from one place to another, there were huge use of cruise missiles. So इतना लग रहा सी कि जंग जिहड़ी हैगी वो धरती ते नहीं हो रही, बस हवा 'च ही हो रही है। ठीक है, GPS नेटवर्किंग सिस्टम, गाइडेंस कंट्रोल, नेविगेशन सिस्टम, सब कुछ एक फुल फ्लैज्ड वॉर लग रही सी, स्पेस वॉर। वो वॉर तो बाद ਆਪਾਂ ਨੂੰ ਲੱਗਿਆ ਕਿ ਬਈ ਆਪਾਂ ਨੂੰ ਵੀ ਕਰੂਜ਼ ਮਿਸਾਈਲਸ ਚਾਹੀਦੀਆਂ ਨੇ। ਆਪਣੇ ਕੋਲ ਬਲਿਸਟਿਕ ਤਾਂ ਹੈਗੀਆਂ, ਆਪਣੇ ਬਣਾ ਲੀਆਂ IGM-DP ਪ੍ਰੋਗਰਾਮ ਦੇ ਅੰਡਰ, ਹੁਣ ਆਪਾਂ ਨੂੰ ਚਾਹੀਦੀਆਂ ਨੇ ਕਰੂਜ਼ ਮਿਸਾਈਲਸ। ਫਿਰ ਆਪਾਂ ਨੇ ਆਪਣੇ ਬੈਸਟ ਫਰੈਂਡ ਨੂੰ ਕਾਲ ਕਰੀ। ਬੈਸਟ ਫਰੈਂਡ ਆਪਣਾ ਕੌਣ ਆ? ਰਸ਼ੀਆ। ਰਸ਼ੀਆ ਨਾਲ ਆਪਣੀ ਡੀਲ ਹੁੰਦੀ ਆ। ਉਸ ਟਾਈਮ 'ਤੇ ਆਪਣੇ ਜਿਹੜੇ ਡਾਇਰੈਕਟਰ ਹੁੰਦੇ ਨੇ ਅਗੇਨ ਡਾਕਟਰ APJ ਅਬਦੁਲ ਕਲਾਮ, ਉਹਨਾਂ ਦੇ ਡਿਫੈਂਸ ਮਿਨਿਸਟਰ ਹੁੰਦੇ ਨੇ ਡਿਪਟੀ ਡਿਫੈਂਸ ਮਿਨਿਸਟਰ ਮਾਈਕੋਵ। ਸੋ ਉਹਨਾਂ ਦੋਹਾਂ 'ਚ ਡੀਲ ਹੁੰਦੀ ਆ ਐਂਡ ਆਪਾਂ ਇੱਕ ਕੰਪਨੀ ਬਣਾਉਂਦੇ ਆ, ਜੁਆਇੰਟ ਵੈਂਚਰ ਬਣਦਾ ਇੰਡੀਆ ਤੇ ਰਸ਼ੀਆ ਦਾ, ਜਿਹਨੂੰ ਕੀ ਬੋਲਦੇ ਨੇ ਬ੍ਰਹਮੋਸ ਐਰੋਸਪੇਸ। ਕੀ ਬੋਲਦੇ ਨੇ? ਬ੍ਰਹਮੋਸ ਐਰੋਸਪੇਸ। ब्रह्मोस नाम किमें पिया? ब्रह्मपुत्रा रिवर ऑफ इंडिया, मॉस्को रिवर ऑफ रशिया। ब्रह्मपुत्रा एंड मॉस्कोवा जुड़ के की बनता ब्रह्मोस मिसाइल। सो अपने बनानी शुरू करी एंड फाइनली वी हैव सुपरसोनिक क्रूज मिसाइल। सुपरसोनिक का मतलब की है इट हैज़ स्पीड मोर दैन स्पीड ऑफ साउंड बट लेस दैन द स्पीड ऑफ योर 5 मैक, है ना, वो तो घट है। चलो इन्होंने बारे लिखा होया पढ़ लो एक बारी। 2 स्टेज ने, पहला सॉलिड स्टेज है, दूजा रैमजेट इंजन है एंड एडवांस फीचर्स ने, स्टेल टैक्नोलॉजीज़ ने, लॉन्च कितों भी कर सकते हो। ये जी इनीशियल रेंज सी 290 किलोमीटर सी, बाद में अब कितनी बन गई 4 किलोमीटर्स आफ्टर साइनिंग दी MTCR। ये बारे आप गल करते हैं। एक ना टर्म यूज़ हुई है स्टेल्थ। स्टेल्थ टैक्नोलॉजी, स्टेल्थ टैक्नोलॉजी की होंगी है? अजकल तुम देखोगे जिन्हें भी लेटेस्ट एयरक्राफ्ट बन रहे हैं ना USA अपने चाइना के, बहुत ही शार्प एज, बड़े लाइक बहुत ही क्लीयर उन्होंने स्ट्रक्चर्स ने, बहुत ही शार्प एज एयरक्राफ्ट्स ने। या फिर अपना मतलब इहदा मोटिव की आ, वी वांट टू डिक्रीज द इलैक्ट्रोमैग्नेटिक सिग्नेचर। ध्यान मेरी गल समझो, आप रडार की पकड़ अंदर आना नहीं चाहते। अगर ये मेरा एयरक्राफ्ट उड़ रहा है, ये मेरा एयरक्राफ्ट है, सपोज करो आप किते हो रहा एनिमी एरिया दे विच, आप एनिमी एरिया दे विच आप गए, उत्थे उन्होंने रडार है, रडार ने डिटेक्ट कर लिया। रडार डिटेक्ट किमें करता है? रडार तो रेज आउणगियां, इस पर्टिकुलर एयरक्राफ्ट टकराउणगियां, टकरा के वापस जाणगियां, तां उन्होंने पता लगूगा लोकेशन का कि बई कित्थे आ एयरक्राफ्ट बाहरले देश का। हुण आपां की चाहुंदे आ कि रेस आउण तां सही बट जा ना पाउण, जे रेस आउण आपां नूं एब्जॉर्ब कर लीए। ठीक है, मतलब आपां बस ये चाह रहे हैं कि एनिमी रडार दे अंडर आप आइए ना। किसी भी तरीके हो सकता, शेप चेंज हो सकती है, मटीरियल तुम चेंज कर सकते हो, दे कैन बी मल्टीपल एरोडायनेमिक स्टडीज़ बट ध्यान रखियो दैट इज स्टेल्थ टैक्नोलॉजी। ठीक है, STEALTH स्टेल्थ टैक्नोलॉजी, ध्यान से रखियो। हाँ जी, एक कॉन्सैप्ट है कहते MTCR मिसाइल टैक्नोलॉजी कंट्रोल रजीम। एक ये पर्टिकुलर इनफॉर्मल ऑर्गेनाइजेशन है ये ध्यान रख रही है कि मिसाइल्स का जोड़ा
ਯੂਜ਼ ਆ ਉਹ ਵਧੇ ਨਾ ਜਾਂ ਗਲਤ ਲੋਕਾਂ ਦੇ ਹੱਥ ਵਿੱਚ ਨਾ ਜਾਵੇ। ਹੁਣ ਦਿੱਕਤ ਕੀ ਸੀ, ਆਪਾਂ MTCR ਸਾਈਨ ਨਹੀਂ ਕੀਤਾ, ਰਸ਼ੀਆ ਨੇ ਸਾਈਨ ਕਰਿਆ ਹੋਇਆ ਸੀ, ਰਸ਼ੀਆ ਪਾਰਟ ਸੀ MTCR ਦਾ। ਕਹਿੰਦੇ ਇਹਦੀ ਇੱਕ ਪ੍ਰੋਵੀਜ਼ਨ ਆ ਕਿ ਜੇ ਕੋਈ ਦੇਸ਼ MTCR ਦਾ ਪਾਰਟ ਨਹੀਂ ਹੈਗਾ, ਜਿਵੇਂ ਆਪਾਂ MTCR ਦਾ ਪਾਰਟ ਨਹੀਂ ਹੈਗੇ, ਅਗਰ ਕੋਈ ਦੇਸ਼ ਰਸ਼ੀਆ ਵਰਗਾ ਜਿਹੜਾ MTCR ਦਾ ਪਾਰਟ ਆ ਜੇ ਆਪਣੀ ਹੈਲਪ ਕਰਨਾ ਚਾਹੁੰਦਾ ਹੈ ਤਾਂ ਉਹ ਘੱਟ ਤੋਂ ਘੱਟ ਮਤਲਬ 300 ਕਿਲੋਮੀਟਰ ਦੀ ਰੇਂਜ ਤੋਂ ਵੱਧ ਦੀ ਮਿਸਾਈਲ ਨਹੀਂ ਬਣਵਾ ਸਕਦਾ। ਮਤਲਬ ਜੇ ਰਸ਼ੀਆ ਹੈਲਪ ਕਰਨਾ ਚਾਹੁੰਦਾ ਇੰਡੀਆ ਦੀ, ਅਗਰ ਆਪਾਂ ਨੇ ਬਾਹਰਲੀ ਹੈਲਪ ਲੈ ਕੇ ਮਿਸਾਈਲ ਬਣਾਉਣੀ ਆ ਤਾਂ ਵੱਧ ਤੋਂ ਵੱਧ ਰੇਂਜ ਆਪਾਂ ਕਿੰਨੀ ਰੱਖ ਸਕਦੇ ਹਾਂ, ਜਸਟ 300 ਕਿਲੋਮੀਟਰ, ਇਹ ਤੋਂ ਵੱਧ ਨਹੀਂ। ਤਾਂ ਆਪਣੀ ਰੇਂਜ ਕਿੰਨੀ ਸੀ ਪਹਿਲਾਂ, ਪੂਰੀ ਐਗਜ਼ੈਕਟ 290 ਕਿਲੋਮੀਟਰ। ਫਿਰ ਆਪਾਂ ਨੇ 2016 ਦੇ ਵਿੱਚ MTCR ਸਾਈਨ ਕਰ ਲਿਆ, ਫਿਰ ਕੋਈ ਦਿੱਕਤ ਨਹੀਂ ਰਹੀ, ਫਿਰ ਆਪਾਂ ਨੇ ਰੇਂਜ ਵਧਾ ਲਈ ਅਤੇ ਜਿਹੜੇ ਨਵੇਂ ਵਰਜਨਸ ਨੇ ਉਹਨਾਂ ਅੰਦਰ ਰੇਂਜ ਕਿੰਨੀ ਆ 400 ਕਿਲੋਮੀਟਰਸ। ਕਨਸੈਪਟ ਸਮਝ ਆਇਆ? ਬ੍ਰਹਮੋਸ ਇੰਪੋਰਟੈਂਟ ਹੈ, ਬੇਸਿਕ ਡਿਟੇਲਸ ਲਿਖੀਆਂ ਹੋਈਆਂ ਨੇ, ਇੱਕ ਵਾਰੀ ਪੜ੍ਹ ਲਿਓ। ਅੱਛਾ ਜੀ, ਇੰਡੀਆਜ਼ ਫਸਟ ਲੌਂਗ ਰੇਂਜ ਹਾਈਪਰਸੋਨਿਕ ਮਿਸਾਈਲ, ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਬਈ ਆਪਾਂ ਹਾਈਪਰਸੋਨਿਕ ਮਿਸਾਈਲ ਟੈਸਟ ਕਰ ਰਹੇ ਹਾਂ, ਠੀਕ ਹੈ, ਟੈਸਟ ਕਰੀ ਆ ਬਾਏ DRDO ਫਰੋਮ ਡਾਕਟਰ APJ ਅਬਦੁਲ ਕਲਾਮ ਆਈਲੈਂਡ ਲਾਂਚ ਕੰਪਲੈਕਸ, ਕਿੱਥੇ ਆ, ਓਡੀਸ਼ਾ। ਕਹਿੰਦੇ ਇਟ ਡਿਜ਼ਾਈਨਡ ਟੂ ਕੈਰੀ ਮਲਟੀਪਲ ਪੇਲੋਡਸ, ਰੇਂਜ ਕਿੰਨੀ ਆ, ਮੋਰ ਦੈਨ 1500 ਕਿਲੋਮੀਟਰਸ। ਹਾਈਪਰਸੋਨਿਕ ਮਿਸਾਈਲ ਆ, ਹਾਈਪਰਸੋਨਿਕ ਮਤਲਬ 5 ਮੈਕ ਤੋਂ ਜ਼ਿਆਦਾ, ਇਹ ਤੁਹਾਨੂੰ ਪਤਾ ਹੋਊਗਾ। ਅੱਛਾ, ਜਿਹੜੀਆਂ ਹਾਈਪਰਸੋਨਿਕ ਮਿਸਾਈਲਸ ਹੁੰਦੀਆਂ ਨੇ ਨਾ, ਹਾਈਪਰਸੋਨਿਕ, ਉਹ ਵੀ ਦੋ ਤਰੀਕੇ ਦੀਆਂ ਹੁੰਦੀਆਂ ਨੇ, ਮਤਲਬ ਕਰੂਜ਼ ਵੀ ਹੋਣਗੀਆਂ ਅਤੇ ਬਲਿਸਟਿਕ ਵੀ ਹੋਣਗੀਆਂ, ਬਸ ਉਹ ਥੋੜ੍ਹੇ ਨਾਮ ਡਿਫਰੈਂਟ ਨੇ। ਹਾਈਪਰਸੋਨਿਕ ਗਲਾਈਡ ਵਹੀਕਲ ਬੋਲ ਦਿੰਦੇ ਨੇ, ਠੀਕ ਹੈ, ਜਿਹੜਾ ਰੌਕਟ ਲਾਂਚ ਹੋਊਗਾ ਗਲਾਈਡ ਟੂ ਟਾਰਗੇਟ, ਅਤੇ ਇੱਕ ਹੋਊਗਾ ਆਪਣੇ ਕੋਲ ਹਾਈਪਰਸੋਨਿਕ ਕਰੂਜ਼ ਮਿਸਾਈਲਸ ਜਿਹੜੀਆਂ ਸਕ੍ਰੈਮਜੈਟ ਇੰਜਨ ਨਾਲ ਚੱਲਣਗੀਆਂ। ਗੱਲ ਸੇਮ ਹੀ ਆ, ਬਲਿਸਟਿਕ ਵਾਲੀ ਹਾਈਪਰਸੋਨਿਕ ਨੂੰ ਕੀ ਬੋਲ ਦਿੱਤਾ, ਹਾਈਪਰਸੋਨਿਕ ਗਲਾਈਡ ਵਹੀਕਲ, ਅਤੇ ਜਿਹੜੀ ਕਰੂਜ਼ ਮਿਸਾਈਲ ਵਾਲੀ ਹਾਈਪਰਸੋਨਿਕ ਆ ਉਹਨੂੰ ਬੋਲ ਦਿੱਤਾ ਹਾਈਪਰਸੋਨਿਕ ਕਰੂਜ਼ ਮਿਸਾਈਲ, ਸਿੰਪਲ, ਠੀਕ ਹੈ, ਇਹ ਧਿਆਨ 'ਚ ਰੱਖਿਓ। ਹੁਣ ਦੇਖੋ ਬਹੁਤ ਮਿਸਾਈਲਸ ਨੇ ਬਈ, ਆਪਾਂ ਬੇਸਿਕ GS 'ਚ ਪੜ੍ਹਦੇ ਹਾਂ ਹੈ ਨਾ, ਕਲਾਸ ਦੇ ਵਿੱਚ ਆਪਾਂ ਬਹੁਤ ਤਰੀਕੇ ਦੀਆਂ ਮਿਸਾਈਲਸ ਕਰਦੇ ਹਾਂ। ਇੱਥੇ ਆਪਾਂ ਨੇ ਮੋਸਟ ਇੰਪੋਰਟੈਂਟ ਟਰਾਈ ਕਰੀ ਕੋਸ਼ਿਸ਼ ਕਰੀ ਆ, ਜਿਹੜੇ IGM&DB ਪੜ੍ਹ ਲਿਆ ਆਪਾਂ ਨੇ, ਬ੍ਰਹਮੋਸ ਪੜ੍ਹ ਲਿਆ, ਜਿਹੜੇ ਇੰਪੋਰਟੈਂਟ ਨੇ, ਠੀਕ ਹੈ। ਉਹਦੇ ਬਿਨਾਂ ਹੋਰ ਕਿਹੜੇ ਇੰਪੋਰਟੈਂਟ ਜਿਹੜਾ ਨਿਊਜ਼ ਦੇ ਵਿੱਚ ਨੇ, ਤਾਂ ਨਿਊਜ਼ ਵਾਲੀ ਆਪਾਂ ਦੇਖਣੀਆਂ ਨੇ। ਇੱਕ ਰੁਦਰਮ ਨਿਊਜ਼ ਦੇ ਵਿੱਚ ਆ, ਇੰਡੀਜੀਨੀਅਸ ਐਂਟੀ ਰੇਡੀਏਸ਼ਨ ਮਿਸਾਈਲ, ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ। ਰੁਦਰਮ ਯਾਦ ਰੱਖਿਓ, ਰੁਦਰਮ 1 ਰੁਦਰਮ 2 ਦੋ ਰੇਡੀਏਸ਼ਨ ਐਂਟੀ ਰੇਡੀਏਸ਼ਨ ਮਿਸਾਈਲਸ ਨੇ। ਐਂਟੀ ਰੇਡੀਏਸ਼ਨ, ਹੁਣ ਐਂਟੀ ਰੇਡੀਏਸ਼ਨ ਦਾ ਮਤਲਬ ਕੀ ਹੋਇਆ, ਮਤਲਬ ਜੇ ਕੋਈ ਰਡਾਰ ਸਿਸਟਮ ਹੈ, ਕੋਈ ਕਮਿਊਨੀਕੇਸ਼ਨ ਸਿਸਟਮ ਹੈ ਐਨੀਮੀ ਦਾ, ਉਹਨੂੰ ਜਾ ਕੇ ਖਤਮ ਕਰ ਦੂਗੀ, ਦੈਟ ਇਜ਼ ਐਂਟੀ ਰੇਡੀਏਸ਼ਨ ਮਿਸਾਈਲ, ਠੀਕ ਹੈ। ਨਿਊਟਰਲਾਈਜ਼ ਰਡਾਰ ਐਂਡ ਕਮਿਊਨੀਕੇਸ਼ਨ ਐਸੈਟਸ ਆਫ ਐਡਵਰਸਰੀਜ਼, ਠੀਕ ਹੈ। ਅਗਰ ਆਪਾਂ ਕਿਤੇ ਜਾ ਰਹੇ ਹਾਂ, ਸਪੋਜ਼ ਕਰੋ ਆਪਾਂ ਕਿਸੇ ਹੋਰ ਏਅਰ ਸਪੇਸ ਦੇ ਵਿੱਚ ਆ, ਉੱਥੇ ਰਡਾਰਸ ਨੇ, ਉਹਨਾਂ ਦੇ ਕਮਿਊਨੀਕੇਸ਼ਨ ਸਿਸਟਮ ਨੇ ਕਿਸੇ ਹੋਰ ਦੇਸ਼ ਦੇ, ਉਹਨਾਂ ਨੂੰ ਜਾ ਕੇ ਕੀ ਕਰੂਗੀ, ਅਟੈਕ ਕਰ ਦੂਗੀ। ਐਂਟੀ ਰੇਡੀਏਸ਼ਨ ਮਿਸਾਈਲ ਕਿਹੜੀਆਂ, ਰੁਦਰਮ 1 ਰੁਦਰਮ 2, ਰੁਦਰਮ 2 ਪਹਿਲਾਂ ਬਣੀ ਸੀ, ਰੁਦਰਮ 1 ਬਾਹਰ ਡਿਜ਼ਾਈਨ ਹੋਈ ਆ, ਸੋ ਇਹ ਧਿਆਨ 'ਚ ਰੱਖਣਾ। ਰੁਦਰਮ ਬਸ ਯਾਦ ਰੱਖ ਲਿਓ ਇੱਕ ਪੁਆਇੰਟ, ਐਂਟੀ ਰੇਡੀਏਸ਼ਨ, ਐਂਡ ਇਹ ਸਪੀਡ ਬਹੁਤ ਜ਼ਿਆਦਾ, ਠੀਕ ਹੈ, ਸਪੀਡ ਅਪ ਟੂ 5.5 ਮੈਕ, ਯਾਦ ਰੱਖਿਓ। ਚਲੋ ਹੁਣ ਇੱਕ ਕਨਸੈਪਟ ਹੈਗਾ ਨਿਊਕਲੀਅਰ ਸਬਮਰੀਨਸ ਦਾ। ਸਬਮਰੀਨ ਸਮਝਦੇ ਹੋ ਬਈ, ਸਬਮਰੀਨ ਸਮਝਦੇ ਹੋ? ਸਬਮਰੀਨਸ ਕੀ ਹੁੰਦੀਆਂ ਨੇ, ਉਹ ਸ਼ਿਪਸ ਜਿਹੜੀਆਂ ਪਾਣੀ ਦੇ ਉੱਪਰ ਵੀ ਕੰਮ ਕਰਦੀਆਂ ਨੇ ਅਤੇ ਡੀਪ ਪਾਣੀ ਵਿੱਚ ਵੀ ਕੰਮ ਕਰਦੀਆਂ ਨੇ, ਉਹੀ ਹੁੰਦੀਆਂ ਨੇ, ਠੀਕ ਹੈ, ਸਬਮਰੀਨਸ। ਹੁਣ ਸਬਮਰੀਨਸ ਆਪਣੇ ਦੇਸ਼ ਕੋਲੇ ਬਹੁਤ ਤਰੀਕੇ ਦੀਆਂ ਨੇ, ਆਪਣੀ ਨੇਵੀ ਬਹੁਤ ਸਬਮਰੀਨਸ ਯੂਜ਼ ਕਰਦੀ ਆ। ਸਿੰਧੂ ਘੋਸ਼ ਕਲਾਸ ਹੈ, ਸ਼ਿਸ਼ੂਮਲ ਕਲਾਸ ਹੈ, ਸ਼ਿਵਾਲਿਕ ਹੈ ਨਾ, ਮਲਟੀਪਲ ਆਪਣੇ ਕੋਲੇ ਸਬਮਰੀਨ ਦੀਆਂ ਕਲਾਸਿਸ ਨੇ। ਕੁਛ ਇਲੈਕਟ੍ਰਿਕ ਡੀਜ਼ਲ ਪਾਵਰਡ ਵੀ ਨੇ, ਕੁਛ ਨਿਊਕਲੀਅਰ ਪਾਵਰ ਵੀ ਨੇ, ਠੀਕ ਹੈ। ਇੱਕ ਜਿਹੜੀ ਮਿਸਾਈਲਸ ਨੇ ਨਾ, ਇੱਕ ਮਿਸਾਈਲ ਦੀ ਸਪੈਸ਼ਲ ਕੈਟਾਗਰੀ ਆ ਸਬਮਰੀਨ ਲਾਂਚਡ ਬੈਲਿਸਟਿਕ ਮਿਸਾਈਲ। ਸਬਮਰੀਨ ਲਾਂਚ ਬੈਲਿਸਟਿਕ ਮਿਸਾਈਲ, ਇੱਦਾਂ ਦੀਆਂ ਮਿਸਾਈਲ ਜਿਹੜੀਆਂ ਸਬਮਰੀਨ ਤੋਂ ਲਾਂਚ ਹੋਣਗੀਆਂ, ਠੀਕ ਹੈ। ਉਹ ਕਿਹੜੀਆਂ ਨੇ, K ਫੈਮਿਲੀ, ਯਾਦ ਰੱਖਿਓ। K ਕਲਾਸ ਦੀਆਂ ਜਿੰਨੀਆਂ ਵੀ ਮਿਸਾਈਲਸ ਨੇ ਨਾ, K5 K6 K4 K15, ਇਹ ਸਾਰੀਆਂ ਉਹ ਮਿਸਾਈਲਸ ਨੇ ਜਿਹੜੀਆਂ ਸਬਮਰੀਨ ਤੋਂ ਲਾਂਚ ਹੁੰਦੀਆਂ ਨੇ, ਠੀਕ ਹੈ। ਹੁਣ ਜਿਹੜੀਆਂ ਸਬਮਰੀਨਸ ਤੋਂ ਲਾਂਚ ਹੋਣਗੀਆਂ ਮਿਸਾਈਲਸ, ਉਹ ਸਬਮਰੀਨਸ ਵੀ ਥੋੜ੍ਹੇ ਡਿਫਰੈਂਟ ਹੋਣਗੀਆਂ ਬਾਕੀਆਂ ਨਾਲੋਂ, ਠੀਕ ਹੈ। ਤਾਂ ਜਿਹੜੀਆਂ ਸਬਮਰੀਨਸ ਤੋਂ ਮਿਸਾਈਲਸ ਲਾਂਚ ਹੋ ਸਕਦੀਆਂ ਨੇ, ਉਹ ਦੋ ਤਰੀਕੇ ਦੀਆਂ ਹੁੰਦੀਆਂ ਨੇ। ਇੱਕ ਹੁੰਦਾ SSN, ਇੱਕ ਹੁੰਦਾ SSBN। ਹੁਣ ਕਿਉਂ ਪੜ੍ਹ ਰਹੇ ਹਾਂ, ਨਿਊਜ਼ ਦੇ ਵਿੱਚ ਨਵੀਂ ਆ ਤਾਂ ਪੜ੍ਹ ਰਹੇ ਆਪਾਂ, ਠੀਕ ਹੈ। SSN ਨੂੰ ਕੀ ਬੋਲਦੇ ਨੇ, ਸਬਮਰਸੀਬਲ ਸ਼ਿਪ ਨਿਊਕਲੀਅਰ, ਸਬਮਰਸੀਬਲ ਸ਼ਿਪ ਬੈਲਿਸਟਿਕ ਨਿਊਕਲੀਅਰ। ਇਹ ਦੋ ਕੈਟਾਗਰੀਜ਼ ਨੇ ਜਿਹੜੀਆਂ ਸਬਮਰੀਨਸ ਤੋਂ ਮਿਸਾਈਲਸ ਲਾਂਚ ਹੁੰਦੀਆਂ ਨੇ, ਠੀਕ ਹੈ।
ਇਹ ਦੋਹੇ ਨਿਊਕਲੀਅਰ ਪਾਵਰਡ ਨੇ, ਮਤਲਬ ਇਹਨਾਂ ਵਿੱਚ ਇੰਜਨ ਕਿਹੜੀ એનર્ਜੀ ਯੂਜ਼ ਕਰਦੇ ਨੇ, ਨਿਊਕਲੀਅਰ એનર્ਜੀ, ਠੀਕ ਹੈ, ਨਿਊਕਲੀਅਰ ਪਾਵਰਡ ਨੇ, ਇਹ ਵੀ ਨਿਊਕਲੀਅਰ ਪਾਵਰਡ ਆ, ਇਹ ਵੀ ਨਿਊਕਲੀਅਰ ਪਾਵਰਡ ਆ, ਯਾਦ ਰੱਖਿਓ। ਜਿਹੜੀਆਂ SSN ਨੇ ਇਹਨਾਂ ਨੂੰ ਆਪਾਂ ਬੋਲਦੇ ਹਾਂ ਅਟੈਕ ਸਬਮਰੀਨਸ ਜਾਂ ਅਟੈਕ ਮਿਸਾਈਲਸ, ਇਹਨਾਂ ਨੂੰ ਆਪਾਂ ਯੂਜ਼ ਕਰਦੇ ਹਾਂ ਫॉर ਨਿਊਕਲੀਅਰ ਡਿਟਰੈਂਸ। ਉਹਦਾ ਮਤਲਬ ਕੀ ਆ, ਦੋ ਕਲਾਸਿਸ ਨੇ ਮਿਸਾਈਲਸ ਦੀਆਂ ਸਬਮਰੀਨਸ ਦੀਆਂ, SSN SSBN, ਦੋਹਾਂ ਕਿਹੜੀ એનર્ਜੀ ਨਾਲ ਯੂਜ਼ ਕਰਦੇ, ਕਿਹੜੀ એનર્ਜੀ ਨਾਲ ਚੱਲਦੀਆਂ ਨੇ, ਨਿਊਕਲੀਅਰ ਪਾਵਰਡ ਨੇ। ਇੱਕ ਨੇ ਅਟੈਕ ਕਿ ਬਈ ਅਗਰ ਅਟੈਕ ਕਰਨਾ ਪੈ ਗਿਆ, ਉਹ ਵਾਲਾ ਹੈਗੇ ਨੇ SSN, ਦੂਜੀ ਹੈਗੀ ਨੇ ਡਿਟਰੈਂਸ ਵੀ ਅਟੈਕ ਨਹੀਂ ਕਰਨਾ, ਬਸ ਖੜੀਆਂ ਰਹਿਣਗੀਆਂ। ਉਹਦਾ ਮਤਲਬ ਕੀ ਹੈ ਕਿ ਜਿਹੜੀਆਂ ਮਿਸਾਈਲਸ SSN ਦੇ ਵਿੱਚ ਹੋਣਗੀਆਂ, SSN ਦੇ ਵਿੱਚ ਉਹ ਉਹਨਾਂ ਦੇ ਉੱਪਰ ਨਿਊਕਲੀਅਰ ਵਾਰਹੈਡ ਕਦੇ ਨਹੀਂ ਹੋਊਗਾ, ਹੈ ਨਾ, ਕਿਉਂਕਿ ਇੰਡੀਆ ਦੀ ਕੀ ਪੋਲਿਸੀ ਆ, ਨੋ ਫਰਸਟ ਯੂਜ਼ ਪੋਲਿਸੀ, ਆਪਾਂ ਕਦੇ ਵੀ ਨਿਊਕਲੀਅਰ ਵੈਪਨਸ ਪਹਿਲੀ ਵਾਰ ਯੂਜ਼ ਨਹੀਂ ਕਰਾਂਗੇ। ਤਾਂ ਜਿਹੜਾ SSBN ਹੈ ਇਹਦੇ ਵਿੱਚ ਕੀ ਹੋਏਗਾ, SSBN ਦੇ ਵਿੱਚ ਕੀ ਹੋਏਗਾ ਕਿ ਆਪਾਂ ਬੈਲਿਸਟਿਕ ਮਿਸਾਈਲਸ ਹੋਣਗੀਆਂ, ਉਹਨਾਂ ਕੋਲ ਨਿਊਕਲੀਅਰ ਵਾਰਹੈਡ ਹੋ ਸਕਦੇ ਨੇ, ਕਿਉਂਕਿ ਆਪਾਂ ਉਹ ਸਿਰਫ ਡਰਾਉਣ ਵਾਸਤੇ ਰੱਖਿਆ ਨੇ, ਠੀਕ ਹੈ, ਆਪਾਂ ਨੇ ਉਹਨੂੰ ਚਲਾਉਣਾ ਨਹੀਂ, ਉਹ ਡੈਟਰੈਂਸ ਵਾਸਤੇ ਨੇ, ਇਹ ਧਿਆਨ 'ਚ ਰੱਖਿਓ। ਹੁਣ ਨਿਊਜ਼ 'ਚ ਕੀ ਆ, ਕਹਿੰਦੇ SSN ਦੀ ਜਿਹੜੀ ਕਲਾਸ ਹੈ, SSN, ਜਸਟ ਗਿਵ 1 ਮਿੰਟ, SSN ਦੀ ਯਾਦ ਰੱਖ ਲਿਓ ਚੱਕਰ ਕਲਾਸ, ਹੈ ਨਾ, ਚੱਕਰ 1 ਚੱਕਰ 2 ਚੱਕਰ 3 ਜਿਹੜੇ INS ਨੇ ਉਹ ਕਿਹੜੇ ਨੇ, SSN ਨੇ। SSBN ਬਈ ਇੰਪੋਰਟੈਂਟ ਹੈ, ਪਹਿਲੀ ਜਿਹੜੀ SSBN ਕਲਾਸ ਸੀਗੀ ਉਹ ਸੀ ਅਰੀਹੰਤ, ਫਿਰ ਆ ਗਈ ਅਰੀਘਾਟ, ਇਹ ਤਾਂ ਪੁਰਾਣੀਆਂ ਨੇ। ਹੁਣ ਜਿਹੜੇ ਦੋ ਨਵੀਆਂ ਨੇ ਉਹ ਨਿਊਸ਼ ਨੇ, ਇੱਕ ਹੈਗਾ ਅਰੀਦਮਨ, ਅਰੀਦਮਨ ਇਹ ਕੁਛ ਬਣ ਸਕਦਾ ਕਿ ਅਰੀਦਮਨ ਵਾਜ਼ ਇਨ ਨਿਊਜ਼, ਇਹ ਕੀ ਸੀਗਾ ਅਰੀਦਮਨ, ਇੱਕ 4 ਆ S4 ਸਟਾਰ ਕੋਡ ਨੇਮ ਆ, ਇਹਦਾ ਅਸਲੀ ਨਾਮ ਆ ਹਾਲੇ ਉਹਨਾਂ ਨੇ ਰਿਵੀਲ ਨਹੀਂ ਕੀਤਾ, ਠੀਕ ਹੈ, ਅਰੀਹੰਤ, ਅਰੀਘਾਟ, ਅਰੀਦਮਨ, S4 ਸਟਾਰ, ਧਿਆਨ 'ਚ ਰੱਖਿਓ। ਅਰੀਦਮਨ S4 ਇਹ ਨਵੀਆਂ SSBN ਨੇ, ਸਮਰਸੀਬਲ ਸ਼ਿਪ ਬਲਿਸਟਿਕ ਨਿਊਕਲੀਅਰ, ਉਹ ਸਭ ਲਿਖਿਆ ਹੋਇਆ ਇੱਥੇ। ਅੱਛਾ, ਇੱਕ ਨਾ ਆਪਣਾ ਸਪੈਸ਼ਲ, ਜਿਵੇਂ ਆ ਤੁਸੀਂ ਪ੍ਰੋਜੈਕਟ ਨਿਊਜ਼ ਦੇ ਵਿੱਚ ਕਾਫੀ ਸੁਣੇ ਹੋਣਗੇ, ਇੱਕ ਹੈਗਾ ਪ੍ਰੋਜੈਕਟ 75, ਇਹਦੇ ਬਾਰੇ ਆਪਾਂ ਪੜ੍ਹਾਂਗੇ, ਬਹੁਤ ਇੰਪੋਰਟੈਂਟ ਹੈ। ਤੁਸੀਂ ਮੈਂ ਲਿਖਿਆ ਵੀ ਹੋਇਆ ਅੱਗੇ, ਪ੍ਰੋਜੈਕਟ 15 ਕੀ ਆ, 15A ਕੀ ਆ, 17 ਕੀ ਆ, 17A ਕੀ ਆ, ਇੱਕ ਵਾਰੀ ਨਿਗਾਹ ਮਾਰ ਲਿਓ ਪਲੀਜ਼, ਠੀਕ ਹੈ। ਪ੍ਰੋਜੈਕਟਸ 15, 15A, 17 ਇੱਕ ਵਾਰ ਨਿਗਾਹ ਮਾਰ ਲੈਣੀ ਆ। ਇੱਥੇ ਆਪਾਂ ਗੱਲ ਕਰਨ ਵਾਲੇ ਹਾਂ ਪ੍ਰੋਜੈਕਟ 75 ਦੇ ਬਾਰੇ। 2 ਮਿੰਟ ਮੇਰੀ ਗੱਲ ਧਿਆਨ ਨਾਲ ਸੁਣਨੀ ਆ। 1999 ਦੀ ਗੱਲ ਆ, ਆਪਣੀ ਜਿਹੜੀ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਆ ਉਹ ਕਹਿੰਦੀ ਆ ਕਿ ਆਪਾਂ ਨੂੰ ਵਰਲਡ ਗੁੱਡ ਬੈਸਟ ਕਲਾਸ ਸਬਮਰੀਨ ਚਾਹੀਦੀਆਂ ਨੇ, ਡੀਜ਼ਲ ਪਾਵਰਡ, ਇਲੈਕਟ੍ਰਿਕ ਡੀਜ਼ਲ ਪਾਵਰਡ ਆਪਾਂ ਸਬਮਰੀਨ ਚਾਹੀਦੀਆਂ ਨੇ, 6 ਬਣਾਉਣੀਆਂ ਨੇ ਆਪਾਂ ਨੇ। ਹਾਲੇ ਆਪਾਂ ਇੰਡੀਜੀਨੀਅਸਲੀ ਆਪਾਂ ਇਹਦੇ ਕੈਪੇਬਲ ਨਹੀਂ ਹੈਗੇ, ਆਪਾਂ ਕਿਸੇ ਹੋਰ ਦੇਸ਼ ਦੀ ਹੈਲਪ ਲਵਾਂਗੇ। ਤभी ऑक्शन ਹੋਈ, ਮਲਟੀਪਲ ਦੇਸ਼ ਆਏ, ਆਪਾਂ ਨੇ ਸਾਈਨ ਕਿਹਨਾਂ ਕਰਿਆ, ਫਰਾਂਸ ਨਾਲ, ਠੀਕ ਹੈ, ਆਪਾਂ ਨੇ ਫਰਾਂਸ ਨਾਲ ਸਾਈਨ ਕਰਿਆ। ਪ੍ਰੋਜੈਕਟ 75 ਦੇ ਅੰਡਰ ਬੇਸਿਕਲੀ 2 ਫੇਜ਼ ਸੀਗੇ, ਇੱਕ ਪ੍ਰੋਜੈਕਟ 75, ਇੱਕ ਪ੍ਰੋਜੈਕਟ 75I, ਠੀਕ ਹੈ, ਇੱਕ ਪ੍ਰੋਜੈਕਟ 75I, ਇੱਕ ਪ੍ਰੋਜੈਕਟ 75। ਆਪਾਂ ਕਿਹਾ ਕਿ ਪਹਿਲਾਂ ਆਪਾਂ ਪ੍ਰੋਜੈਕਟ 75 ਕੰਪਲੀਟ ਕਰਾਂਗੇ, ਫਿਰ 75I ਤੇ ਜਾਵਾਂਗੇ, ਠੀਕ ਹੈ। ਅੱਛਾ, ਪ੍ਰੋਜੈਕਟ 75 ਕੀ ਸੀ, 6 ਕਨਵੈਨਸ਼ਨਲ ਸਬਮਰੀਨਸ ਬਣਾਉਣੀਆਂ ਨੇ, ਕਿਹਦੀ ਹੈਲਪ ਦੇ ਨਾਲ ਬਣਾਵਾਂਗੇ, ਆਪਾਂ ਹੈਲਪ ਲੈਣੀ ਆ ਫਰਾਂਸ ਦੀ। ਫਰਾਂਸ ਦੀ ਇੱਕ ਬਹੁਤ ਫੇਮਸ ਸਬਮਰੀਨ ਹੈ ਸਕੋਰਪੀਨ ਕਲਾਸ, ਸਕੋਰਪੀਨ ਕਲਾਸ, ਉਹਨਾਂ ਦਾ ਅਪਡੇਟ ਵਰਜਨ ਆਪਾਂ ਨੇ ਬਣਾਇਆ, ਆਪਾਂ ਨੇ ਇੱਥੇ ਬਣਾਇਆ, ਠੀਕ ਹੈ। ਤੇ 6 ਸਬਮਰੀਨਸ ਆਪਾਂ ਨੇ ਤਿਆਰ ਕਰੀਆਂ ਨੇ, ਤੁਸੀਂ ਨਾਮ ਸੁਣਿਆ ਹੋਊਗਾ, ਕਲਵਰੀ, ਕੰਦੇਰੀ, ਵੇਲਾ, ਵਾਗੀਰ, ਵਾਗਸ਼ੀਰ, ਕਰੰਚ, 6 ਸਬਮਰੀਨਸ ਆਪਾਂ ਨੇ ਬਣੀਆਂ ਨੇ ਅੰਡਰ ਪ੍ਰੋਜੈਕਟ 75, ਠੀਕ ਹੈ। ਡੀਜ਼ਲ ਪਾਵਰਡ ਨੇ, ਸਭ ਕੁਝ ਲਿਖਿਆ ਹੋਇਆ, ਇੱਕ ਵਾਰੀ ਦੇਖ ਲਿਓ। ਲੈਟ ਮੀ ਸ਼ੋ ਯੂ ਦ ਨੇਮਸ, ਆ ਦੇਖੋ, ਕਲਵਰੀ, ਖੰਡੇਰੀ, ਕਰੰਜ, ਵੇਲਾ, ਵਾਗੀਰ, ਵਾਕਸ਼ੀਰ, ਇਹ ਪਤਾ ਹੋਣੇ ਚਾਹੀਦੇ ਨੇ। ਇਹ 7 ਜਿਹੜੀਆਂ ਇਹ 5 ਸਬਮਰੀਨਸ ਨੇ ਉਹ ਕਿਹਦੇ ਅੰਡਰ ਨੇ, ਪ੍ਰੋਜੈਕਟ 75 ਦੇ ਅੰਡਰ ਨੇ, ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ। ਤੇ ਅੱਛਾ, ਟੈਕਨੋਲੋਜੀ ਟ੍ਰਾਂਸਫਰ ਕਰੀ ਫਰਾਂਸ ਨੇ, ਬਣੀਆਂ ਕਿੱਥੇ ਨੇ, ਡਿਜ਼ਾਈਨ ਕਰੀਆਂ ਨੇ ਫਰਾਂਸ ਨੇ, ਬਣਾਈਆਂ ਕਿੱਥੇ ਨੇ, ਆਪਾਂ ਨੇ ਇੰਡੀਆ ਦੇ ਵਿੱਚ, ਠੀਕ ਹੈ। ਆਕਸ਼ਨ ਹੋ ਜਾਂਦਾ, ਸਮਝਦੇ ਹੋਵੋਗੇ ਕਿਹੜੀ ਕੰਪਨੀ, ਮੈਜ਼ਾਗਨ ਡੌਕ ਲਿਮਿਟਡ, ਕਿਹੜੀ, ਮੈਜ਼ਾਗਨ ਡੌਕ ਲਿਮਿਟਡ ਨੇ ਇਹ ਬਣਾਈਆਂ ਨੇ। ਟੈਕਨੋਲੋਜੀ ਟ੍ਰਾਂਸਫਰ ਕਿਹਨੇ ਕੀਤਾ ਸੀ, ਫਰਾਂਸ ਨੇ। ਉਹਦੀ ਸਕੋਰਪੀਨ ਕਲਾਸ ਆ, ਉਹਦੀ ਕਾਪੀ ਨੇ, ਤੇ ਉਹ ਦੋਹਾਂ ਦੇ ਮਤਲਬ ਮਿਲ ਕੇ ਬਣਾ ਰਹੇ ਨੇ। ਐਂਡ ਨਾਮ ਯਾਦ ਰੱਖ ਲਿਓ, ਕਲਵਰੀ, ਕੰਦੇਰੀ, ਕਰੰਜ, ਵੇਲਾ, ਵਾਗੀਰ, ਵਾਕਸ਼ੀਰ, ਸਾਰੀਆਂ ਕਮਿਸ਼ਨ ਹੋ ਚੁੱਕੀਆਂ ਨੇ 2025 ਦੇ ਵਿੱਚ। ਚਲੋ, ਇਹਦਾ ਮਤਲਬ ਕੀ ਆ ਕਿ ਜਿਹੜੀਆਂ ਆਪਾਂ ਨੇ 6 ਸੌਰੀ ਸ਼ਾਇਦ ਮੈਂ ਪਹਿਲਾਂ 5 ਕਹਿ ਦਿੱਤਾ, ਜਿਹੜੇ 6 ਸਬਮਰੀਨਸ ਨੇ ਆਪਾਂ ਨੇ ਬਣਾ ਲਈਆਂ ਕਿਹਦੇ ਅੰਡਰ, ਪ੍ਰੋਜੈਕਟ 75 ਦੇ ਅੰਡਰ, ਠੀਕ ਹੈ, ਡਨ ਹੈ। ਫਿਰ ਮੈਂ ਕਿਹਾ ਸੀ ਕਿ ਜਦੋਂ 75 ਖਤਮ ਹੋਊਗਾ ਫਿਰ ਆਪਾਂ ਕਿਹੜਾ ਸ਼ੁਰੂ ਕਰਾਂਗੇ,
प्रोजैक्ट 75 आई, आई स्टैंड फॉर इंडिया। ਇਹਦੇ ਵਿੱਚ ਕੀ ਆ, ਕਹਿੰਦੇ ਹੁਣ ਆਪਾਂ ਨੇ ਫਿਰ ਤੋਂ 6 ਕਨਵੈਂਸ਼ਨਲ ਸਮਰੀਜ਼ ਬਣਾਉਣੀਆਂ ਨੇ, ਪਰ ਉਹ ਥੋੜ੍ਹੀਆਂ ਜਿਹੀਆਂ ਹੋਰ ਬੈਟਰ ਹੋਣੀਆਂ ਚਾਹੀਦੀਆਂ ਨੇ, ਹੋਰ ਟੈਕਨੋਲੋਜੀਜ਼। ਜਿਵੇਂ ਇੱਕ ਟੈਕਨੋਲੋਜੀ ਆ ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਸਿਸਟਮ, ਇਹਨਾਂ ਡਿਟੇਲਸ ਜਾਣ ਦੀ ਲੋੜ ਨਹੀਂ ਹੈਗੀ, ਮੈਂ ਸਿਰਫ ਸਮਝਾਉਣ ਲਈ ਦੱਸ ਰਹੀ ਹਾਂ। ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਸਿਸਟਮ ਉਹ ਕੀ ਆ, ਹੁਣ ਸਬਮਰੀਨਸ ਨੇ, ਸਬਮਰੀਨ ਪਾਣੀ ਦੇ ਅੰਦਰ ਕੰਮ ਕਰਦੀਆਂ ਨੇ, ਜਦੋਂ ਸਾਰਾ ਉਹਦਾ ਫਿਊਲ ਖਤਮ ਹੋ ਜਾਂਦਾ ਉਹਨਾਂ ਨੂੰ ਵਾਪਸ ਆਉਣਾ ਪੈਂਦਾ, ਰਾਈਟ। ਆਪਾਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵਾਪਸ ਆਉਣਾ ਪਵੇ, ਅੰਦਰ ਹੀ ਰਹਿਣ ਉਹ ਬਹੁਤ ਟਾਈਮ ਤੱਕ। ਏਅਰ ਇੰਡੀਪੈਂਡੈਂਟ ਪ੍ਰੋਪਲਸ਼ਨ ਸਿਸਟਮ, ਜੇ ਸਮਝਦੇ ਹੋਗੇ ਹਾਈਡਰੋਜਨ ਫਿਊਲ ਦਾ ਕਨਸੈਪਟ ਕਿ ਹਾਈਡਰੋਜਨ ਪਲੱਸ ਆਕਸੀਜਨ ਕੀ ਬਣ ਜਾਂਦਾ, ਵਾਟਰ ਬਣ ਜਾਂਦਾ। ਸੋ ਅਗਰ ਮੈਂ ਹਾਈਡਰੋਜਨ ਫਿਊਲ ਸੈਲਸ ਚਲਾ ਦਾਂ सबमरीन के अंदर तो पानी बनूगा, बाय प्रोडक्ट पानी तो निकल जाऊगा, वो इलैक्ट्रोलाइटली फोस्फोरिक एसिड यूज़ कर लेंगे ने, फोस्फोरिक एसिड बेस्ड फ्यूल सैल्स यूज़ करते हैं। सो कॉन्सैप्ट की है प्रोजैक्ट 75 आई ਦੇ ਵਿੱਚ ਆਪਾਂ ਨੇ ਕੀ ਸੋਚਿਆ ਕਿ ਆਪਾਂ ਨੂੰ ਹੋਰ ਬੈਟਰ ਟੈਕਨੋਲੋਜੀਜ਼ ਲਗਾ ਕੇ ਵਧੀਆ ਹੋਰ ਵੀ ਆਪਾਂ ਨੂੰ ਸਮਝ ਚਾਹੀਦੀਆਂ ਨੇ, ਜਿਵੇਂ AIP ਸਿਸਟਮ ਲਗਾ ਕੇ। ਤੇ ਫਿਰ ਫਰਾਂਸ ਨੇ ਮਨਾ ਕਰ ਦਿੱਤਾ, ਉਹਦੀ ਪੂਰੀ ਸਟੋਰੀ ਆ, ਉੱਥੇ ਮੈਂ ਨਹੀਂ ਜਾ ਰਹੀ। ਸੋ ਫਰਾਂਸ ਨਾਲ ਡੀਲ ਨਹੀਂ ਸਾਈਨ ਹੋ ਪਾਈ। ਫਿਰ ਪ੍ਰੋਜੈਕਟ 75 ਆਈ ਦੇ ਅੰਡਰ ਆਪਾਂ ਨੇ ਹੁਣ ਪ੍ਰੋਜੈਕਟ ਕਿਹਦੇ ਨਾਲ ਸਾਈਨ ਕਰਿਆ, ਇੱਕ ਜਰਮਨ ਦੀ ਕੰਪਨੀ ਹੈ, ਇੱਕ ਤੁਹਾਡੀ ਸਪੇਨ ਦੀ ਕੰਪਨੀ ਹੈ, ਠੀਕ ਹੈ। एक जर्मन कंपनी आ, एक स्पेन कंपनी आ, ये आप ध्यान च रखना, ठीक है। 6 होर सबमरीन्स आपने बनाउणियां ने अंडर प्रोजैक्ट 75 आए, जिहड़ा एयर AIP इनेबल्ड है ना, एयर इंडिपेंडेंट प्रपल्शन सिस्टम वालियां होणगियां। इहदे विच अपने कोले की होगा, 2 अपने कोले देशां नाल आपने साइन करिया। लेट मी शो यू, देखो हुण इत्थे भी एक ध्यान च होर रखना, पिछली बार जिहड़ा प्रोजैक्ट 75 सीगा ਉਹ ਕਿਹਦੇ ਅੰਡਰ ਸੀਗਾ, ਮੈਜ਼ੇਗੋਨ ਡੌਕ ਲਿਮਿਟਡ, ਇਹ ਸਰਕਾਰੀ ਕੰਪਨੀ ਆ, ਠੀਕ ਹੈ। ਅੱਛਾ ਹੁਣ ਕਹਿੰਦੇ ਇਸ ਵਾਰੀ ਕੀ ਆ, ਇੱਕ ਤਾਂ 2 ਕੰਪਨੀ ਸਾਈਨ ਕਰ ਰਹੀਆਂ ਨੇ, ਇੱਕ ਤਾਂ ਮੈਜ਼ੇਗੋਨ ਡੌਕ ਲਿਮਿਟਡ ਆ, ਇੱਕ ਪ੍ਰਾਈਵੇਟ ਕੰਪਨੀ ਆ, ਤੁਸੀਂ ਨਾਮ ਸੁਣਿਆ ਹੋਊਗਾ ਲਾਰਸਨ ਐਂਡ ਟਬਰੋ LNT, ਠੀਕ ਹੈ। ਮੈਜ਼ੇਗੋਨ ਡੌਕ ਲਿਮਿਟਡ ਆ, ਇੱਕ LNT ਆ, ਇੱਕ ਪ੍ਰਾਈਵੇਟ ਕੰਪਨੀ ਆ, ਇੱਕ ਪਬਲਿਕ ਕੰਪਨੀ ਆ, ਦੋਹਾਂ ਨੇ ਐਗਰੀਮੈਂਟ ਸਾਈਨ ਕਰੇ ਨੇ। ਮੈਜ਼ੇਗੋਨ ਡੌਕ ਲਿਮਿਟਡ ਨੇ ਕਿਹਦੇ ਨਾਲ ਕਰਿਆ, ਜਰਮਨ ਦੀ ਕੰਪਨੀ ਆ, ਐਂਡ ਜਿਹੜਾ LNT ਆ ਇਹਨੇ ਕਿਹਦੇ ਨਾਲ ਲਾਂਚ ਕਰਿਆ, ਕਿਹਦੇ ਨਾਲ ਸਾਈਨ ਕਰਿਆ, ਸਪੇਨ ਨਾਲ, ਠੀਕ ਹੈ। ਅਗੇਨ ਬਸ ਯਾਦ ਰੱਖ ਲਿਓ ਕਿ ਫਰਾਂਸ ਇਹਦਾ ਪਾਰਟ ਨਹੀਂ ਹੈਗਾ, ਹੁਣ ਕੌਣ ਆ, ਸਪੇਨ ਤੇ ਜਰਮਨੀ ਆ, ਠੀਕ ਹੈ। ਚਲੋ ਪ੍ਰੋਜੈਕਟ 75 ਆਈ ਵੀ ਸਮਝ ਆ ਗਿਆ। ਫਿਰ ਇਹ ਤੋਂ ਬਾਅਦ ਆਉਂਦਾ ਪ੍ਰੋਜੈਕਟ 76, ਕਿਹੜਾ ਆਉਂਦਾ, ਪ੍ਰੋਜੈਕਟ 76। प्रोजैक्ट 76 कहता कि भाई बहुत होगी हेल्प, है ना, बहुत होगी टैक्नोलॉजी ट्रांसफर, आपने बहुत सीख लिया बाहर वाले तो हुण आप इंडिजीनियसली डेवलप करांगे, ठीक है। हुण आप इंडिजीनियस डेवलप करांगे, दैट इज 76। बस इन्ना ही तुहानूं पता होना चाहिए। बाकी सारी डिटेल्स इत्थे लिखियां हुई ने, एक बार गो थ्रू कर लियो, ठीक है। ओके, वेरी वेरी इंपॉर्टेंट। प्रोजैक्ट 15 की है दसना मैनू, 17 की है, ठीक है। ਤੁਸੀਂ ਨੀਲਗਿਰੀ ਹਿਮਾਦਰੀ ਇੱਦਾਂ ਟਰਮਸ ਪੜ੍ਹੋਗੇ। ਆਪਣਾ ਪ੍ਰੋਜੈਕਟ 15A 17A, ਠੀਕ ਹੈ, ਮੈਨੂੰ ਦੱਸਣਾ ਹੈ। ਚਲੋ ਚਲੋ ਇਹ ਟੌਪਿਕ ਕੰਪਲੀਟ ਆ ਬਈ। ਅਗਲਾ ਸ਼ੁਰੂ ਕਰਦੇ ਹਾਂ। ਨਿਊਜ਼ ਦੇ ਵਿੱਚ ਸੀਗਾ INS ਸੰਧਿਆਕ, ਠੀਕ ਹੈ, ਸੰਧਿਆਕ INS, ਇਟ ਇਜ਼ ਇੰਡੀਆਜ਼ ਫਰਸਟ ਸਰਵੇ ਵੈਸਲ ਕੀ ਹੁੰਦੀਆਂ ਨੇ ਜਿਹੜੇ ਸਰਵੇ ਕਰਦੇ ਆ, ਮਤਲਬ ਪਾਣੀ ਦੇ ਅੰਦਰ ਜਾ ਕੇ ਉਹਨਾਂ ਨੇ ਚੈਕਿੰਗ ਕਰਨੀ ਆ, ਮਤਲਬ ਸਟੱਡੀਜ਼ ਵਾਸਤੇ ਵੀ ਅਤੇ ਨੇਵਲ ਸਿਕਿਉਰਿਟੀ ਵਾਸਤੇ ਵੀ। ਸੋ ਸੰਧਨਾਇਕ ਜੋ ਹੈਗਾ INS ਸੰਧਿਆਕ ਇਜ਼ ਵਨ ਆਫ ਇੰਡੀਆਜ਼ ਫਰਸਟ ਲਾਰਜ ਸਰਵੇ ਵੈਸਲ ਆ। ਬਸ ਇੰਨਾ ਧਿਆਨ 'ਚ ਰੱਖ ਲਿਓ, ਠੀਕ ਹੈ। INS ਜਟਾਯੂ, ਇਹ ਬਹੁਤ ਇੰਪੋਰਟੈਂਟ ਹੈ। ਨੇਵਲ ਬੇਸ ਹੁੰਦੇ ਆਪਣੇ ਅੱਡ ਅੱਡ ਜਗ੍ਹਾ 'ਤੇ ਆਪਣੀਆਂ। ਜਦੋਂ ਆਪਾਂ ਗੱਲ ਕਰਦੇ ਆਪਣੇ ਆਈਲੈਂਡਸ ਦੀ, ਠੀਕ ਹੈ, ਅਗਰ ਮੈਂ ਲਕਸ਼ਦੀਪ ਆਈਲੈਂਡ ਦੀ ਗੱਲ ਕਰਾਂ, ਲਕਸ਼ਦੀਪ ਆਈਲੈਂਡ ਦੇ ਵਿੱਚ ਆਲਰੇਡੀ ਇੱਕ ਨੇਵਲ ਬੇਸ ਹੈਗਾ ਸੀ, ਜਿੱਥੇ ਆਪਣੇ ਏਅਰਕ੍ਰਾਫਟਸ ਖੜ੍ਹਦੇ ਆ। ਇੱਕ ਨੇਵਲ ਬੇਸ ਸੀਗਾ, ਕਿਹੜਾ, INS ਦੀਪ ਰਕਸ਼ਕ। ਯਾਦ ਰੱਖਣਾ, ਲਕਸ਼ਦੀਪ ਆਈਲੈਂਡ ਦੇ ਉੱਤੇ ਆਪਣਾ ਪਹਿਲਾ ਨੇਵਲ ਬੇਸ ਕਿਹੜਾ ਹੈ, ਦੈਟ ਇਜ਼ INS ਦੀਪ ਰਕਸ਼ਕ। ਦੂਸਰਾ ਹੁਣੀ ਆਪਾਂ ਨੇ ਕਮਿਸ਼ਨ ਕਰਿਆ INS ਜਟਾਯੂ। ਬਸ ਯਾਦ ਰੱਖ ਲਿਓ INS ਜਟਾਯੂ, ਪਲੀਜ਼, ਇੰਪੋਰਟੈਂਟ ਆ। अच्छा अगे आप गल करेंगे S-400 की, वेरी वेरी इंपॉर्टेंट, सब ने देखा यूज़ ਇਹਦਾ ऑपरेशन सिंदूर ਦੇ ਵਿੱਚ। S-400 बहुत इंपॉर्टेंट है। 2 मिनट पहला मेरी गल सुननी है, फिर आप जल्दी ने टॉपिक समझ आ जाऊगा। इट इज़ एयर डिफेंस सिस्टम ਹੁੰਦਾ। देखो एक ਹੁੰਦੇ ने मिसाइल्स की ਕਰਦੇ ਨੇ, अटैक करदियां ने, है ना। ਹੁਣ ਇਹ ਹੈਗੀਆਂ ਮਿਸਾइल्स ने, बट ਹੁਣ ਇਹ अटैक पर्पसेस वास्ते यूज़ हो रही, ਹੁਣ ਇਹ डिफेंसिव पर्पसेस वास्ते यूज़ हो रही ने। ਜਦੋਂ मैं एयर डिफेंस सिस्टम कहनी हाँ,
मतलब उत्थे इकलियां मिसाइल्स नहीं होणगियां, उत्थे एक प्रॉपर ओवरलैपिंग कंट्रोल्ड नैटवर्क होगा ना, और रडार्स होणगे, डिटेक्टर्स होणगे, सेंसर्स होणगे, नैविगेशन होगा, तो पूरा कुल मिला के एक यूनिट होगी ਜਿਹੜਾ ਇਕੱਠੇ ਕੰਮ ਕਰਨਗੇ ਕਿ ਓਕੇ ਕੋਈ ਐਨੀਮੀ ਮਿਸਾਈਲ ਆਈ ਆ, ਉਹਨੂੰ ਡਿਟੈਕਟ ਹੋਊਗਾ, ਫਿਰ ਉਹ ਲੌਕ ਹੋਊਗਾ, ਲੌਕ ਹੋ ਗਏ ਨਿਊਟਰਲਾਈਜ਼ ਹੋਊਗਾ, ਫਿਰ ਬਾਹਰੋਂ ਮਿਸਾਈਲ ਜਾਊਗੀ ਉਹਨੂੰ ਟੈਗ ਕਰ ਦੂਗੀ। ਸਭ ਨੇ ਦੇਖਿਆ ਹੋਇਆ ਹੈ ਨਾ ਜਦੋਂ S-400 ਨੇ ਕੰਮ ਕੀਤਾ। ਸੋ ਦੇਰ ਆਰ ਮਲਟੀਪਲ ਏਅਰ ਡਿਫੈਂਸ ਸਿਸਟਮਸ ਇਨ ਦੀ ਵਰਲਡ। ਇੰਡੀਆ ਕੋਲ ਕਿਹੜੇ ਕਿਹੜੇ ਨੇ? ਇੱਕ ਇੰਡੀਆ ਦਾ ਜਿਹੜਾ ਲੇਟੈਸਟ ਹੈ BMD ਆ, ਬਲਿਸਟਿਕ ਮਿਸਾਈਲ ਡਿਫੈਂਸ ਪ੍ਰੋਗਰਾਮ ਇੰਡੀਆ ਦਾ, ਇਹ ਤੁਸੀਂ ਥੋੜ੍ਹਾ ਪੜ੍ਹ ਸਕਦੇ ਹੋ। ਫੇਜ਼ 2 ਇਹਦਾ ਹੁਣੇ ਸਾਈਨ ਹੋਇਆ, ਫੇਜ਼ 2 ਇਹਦਾ ਸਕਸੈਸਫੁਲੀ ਟੈਸਟ ਹੋਇਆ, ਜਿਹਦੇ ਵਿੱਚ ਆਪਾਂ 5000 ਕਿਲੋਮੀਟਰ ਤੱਕ ਦੀ ਜਿਹੜੀ ਮਿਸਾਈਲ ਆ ਉਹਨੂੰ ਡਿਟੈਕਟ ਕਰ ਸਕਦੇ ਹਾਂ। ਇੰਡੀਆ ਦੇ ਏਅਰ ਡਿਫੈਂਸ ਸਿਸਟਮ ਕਿਹੜੇ ਕਿਹੜੇ ਨੇ? ਇੱਕ ਹੈਗਾ BMD ਬਲਿਸਟਿਕ ਮਿਸਾਈਲ ਡਿਫੈਂਸ ਪ੍ਰੋਗਰਾਮ, ਇੱਕ ਹੈਗਾ ਆਕਾਸ਼ ਏਅਰ ਡਿਫੈਂਸ ਸਿਸਟਮ, ਬੈਰਾਕ 8 ਜਿਹੜਾ ਇੰਡੀਆ ਅਤੇ ਇਜ਼ਰਾਈਲ ਨੇ ਬਣਾਇਆ ਉਹ ਵੀ ਇੱਕ ਹੈਗਾ। ਉਹਦੇ ਬਿਨਾਂ ਆਪਾਂ S-400 ਯੂਜ਼ ਕਰਦੇ ਹਾਂ। ਹੁਣ S-400 ਦਾ ਕੀ ਪ੍ਰੋਬਲਮ ਹੈ? ਕਹਿੰਦੇ S-400 ਬਹੁਤ ਵਧੀਆ, ਆਪਾਂ ਨੂੰ ਹੁਣੀ ਪ੍ਰੂਫ ਵੀ ਮਿਲ ਗਿਆ ਕਿ ਵਨ ਆਫ ਦੀ ਬੈਸਟ ਨੋਨ ਏਅਰ ਡਿਫੈਂਸ ਸਿਸਟਮ ਹੈ। ਪਰ ਨਾਲ ਦਿੱਕਤ ਕੀ ਸੀਗੀ ਕਿ ਦਿਸ ਇਜ਼ ਲਾਈਕ ਅ ਬੋਨ ਆਫ ਕੰਟੈਂਸ਼ਨ ਬਿਟਵੀਨ USA ਐਂਡ ਰਸ਼ੀਆ। USA ਵਾਜ਼ ਨਾਟ ਲਾਈਕ ਹੈਪੀ ਫਰੋਮ ਅਸ ਦੈਟ ਵੀ ਆਰ ਬਾਇੰਗ S-400। ਉਹਨੇ ਨਾਲ ਆਪਾਂ ਨੂੰ ਕਿਹਾ ਕਿ ਬਈ S-400 ਰਹਿਣ ਦਿਓ, ਸਾਡੇ ਏਅਰ ਡਿਫੈਂਸ ਸਿਸਟਮ ਬਹੁਤ ਵਧੀਆ ਨੇ, ਥਾਰਡ ਹੈ, ਪੈਟਰੋਇਟ ਹੈ, ਹੈ ਨਾ, ਤੁਸੀਂ ਸਾਡੇ ਤੋਂ ਖਰੀਦੋ, ਤੁਸੀਂ ਉੱਧਰ ਜਾਣ ਤੁਹਾਨੂੰ ਕੋਈ ਲੋੜ ਨਹੀਂ ਹੈਗੀ। ਅਸੀਂ ਕਿਹਾ ਨਹੀਂ, ਅਸੀਂ ਤੁਹਾਡੀ ਨਹੀਂ ਸੁਣਾਂਗੇ, ਅਸੀਂ ਆਪਣੀ ਮਰਜ਼ੀ ਕੀਤੀ ਅਤੇ ਅਸੀਂ ਕਿਹੜਾ ਖਰੀਦਿਆ? ਰਸ਼ੀਆ ਦਾ S-400। ਅਤੇ ਪ੍ਰੂਫ ਵੀ ਹੋ ਗਿਆ ਦੈਟ ਵੀ ਹੈਵ ਡਨ ਦੀ ਬੈਸਟ ਡੀਲ, ਐਂਡ ਉਹਨੇ ਆਪਣੀ ਆਪਰੇਸ਼ਨ ਸਿੰਦੂਰ ਦੇ ਵਿੱਚ ਬਹੁਤ ਹੈਲਪ ਕਰੀ ਆ, ਠੀਕ ਹੈ। ਅਤੇ S-400 ਦਾ ਇੰਡੀਆ 'ਚ ਕੀ ਨੇ ਨਾਮ ਆ? ਸੁਦਰਸ਼ਨ ਚੱਕਰ। ਆਪਾਂ ਨੂੰ ਕੀ ਬੋਲਦੇ ਹਾਂ? ਸੁਦਰਸ਼ਨ ਚੱਕਰ, ਠੀਕ ਹੈ। ਹੁਣ ਥੋੜ੍ਹਾ ਜਿਹਾ ਬਸ ਸਮਝਣਾ ਸਟਰਕਚਰ ਬਾਰੇ, ਇਹਨਾਂ ਡਿਟੇਲ 'ਚ ਪੁੱਛਦੇ ਨਹੀਂ, ਬਟ ਥੋੜ੍ਹਾ ਜਿਹਾ ਜਿਵੇਂ ਕਹਿੰਦੇ ਕਿੰਨੇ ਸਕੁਆਡਰਨ ਬੋਲ ਦਿੰਦੇ ਆ ਨਾ, ਰੈਜੀਮੈਂਟ, ਕਿੰਨੀਆਂ ਯੂਨਿਟਸ ਆਪਾਂ ਨੇ ਖਰੀਦੀਆਂ ਨੇ? ਆਪਾਂ ਨੇ ਉਹਨਾਂ ਤੋਂ ਲਈਆਂ ਨੇ 5, ਤਕਰੀਬਨ 35,000 ਕਰੋੜ ਦੀ ਡੀਲ ਸਾਈਨ ਹੋਈ ਸੀ। ਤਿੰਨ ਆਪਰੇਸ਼ਨਲ ਨੇ, 2 ਹਾਲੇ ਆਉਣੀਆਂ ਨੇ। ਜਦੋਂ ਨਵੀਆਂ ਆਈਆਂ ਸਭ ਤੋਂ ਪਹਿਲਾਂ ਆਪਾਂ ਨੇ ਕਿੱਥੇ ਲਾਈਆਂ? ਜਿਹੜੇ ਆਪਣੇ ਵਲਨਰੇਬਲ ਏਰੀਆਜ਼ ਨੇ, ਪਾਕਿਸਤਾਨ ਨੂੰ ਤੋਂ ਅਟੈਕ ਨਾ ਹੋ ਜੇ, ਚਾਹੇ ਤੋਂ ਅਟੈਕ ਨਾ ਹੋ ਜੇ, ਸਭ ਤੋਂ ਪਹਿਲਾਂ ਆਪਾਂ ਨੇ ਕਿੱਥੇ ਲਾਈਆਂ? ਪੰਜਾਬ ਪਠਾਨਕੋਟ ਦੇ ਵਿੱਚ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸਿਸਟਮ ਦੀ ਅਗਰ ਮੈਂ ਗੱਲ ਕਰਾਂ, ਮਲਟੀਪਲ ਰਡਾਰਸ ਨੇ, ਮਲਟੀਪਲ ਟਰੈਕਰਸ ਨੇ, ਇੱਕ ਟਾਈਮ 'ਤੇ 300 ਤੱਕ ਟਾਰਗੇਟਸ ਨੂੰ ਇਹ ਟਾਰਗੇਟ ਕਰ, ਮਤਲਬ ਉਹਦੇ ਨਾਲ 300 ਟਾਰਗੇਟਸ ਨੂੰ ਡਿਟੈਕਟ ਕਰ ਸਕਦੀ ਆ 600 ਕਿਲੋਮੀਟਰ ਤੱਕ, 36 ਟਾਰਗੇਟਸ ਨੂੰ ਲੌਕ ਕਰ ਸਕਦੀ ਆ ਇੱਕ ਟਾਈਮ ਦੇ ਵਿੱਚ, ਹੈ ਨਾ। ਅਤੇ ਬਹੁਤ ਜ਼ਿਆਦਾ ਹਾਈ ਸਪੀਡ 'ਤੇ ਵੀ ਕੋਈ ਮਿਸਾਈਲ ਜਾਰੀ ਹੋਊਗੀ ਉਹਨੂੰ ਡਿਟੈਕਟ ਕਰ ਸਕਦੀ ਆ। ਜਦੋਂ ਇਹ ਅਟੈਕ ਕਰਦੀ ਆ, ਕਹਿੰਦੇ ਇਹਦੇ ਇੱਕ ਸਕੁਆਡਰਨ ਦੇ ਵਿੱਚ, ਇੱਕ ਰੈਜੀਮੈਂਟ ਦੇ ਵਿੱਚ 2 ਬਟਾਲੀਅਨ ਹੁੰਦੀਆਂ ਨੇ, ਅਤੇ ਇੱਕ ਬਟਾਲੀਅਨ ਦੇ ਅੰਦਰ 8 ਲਾਂਚਰਸ ਹੁੰਦੇ ਨੇ। 8 ਲਾਂਚਰਸ ਦੇ ਮਤਲਬ ਇੱਕ ਜਿਹੜਾ ਲਾਂਚਰ ਆ ਉਹ 4 ਮਿਸਾਈਲਸ ਲਾਂਚ ਕਰ ਸਕਦਾ। 8×4 ਦਾ 32, ਇੱਕ ਬਟਾਲੀਅਨ ਦੇ ਅੰਦਰ 32 ਮਿਸਾਈਲਸ। ਇੱਕ ਸਿਸਟਮ ਦੇ ਅੰਦਰ ਕਿੰਨੀਆਂ ਬਟਾਲੀਅਨ ਨੇ? 2 ਨੇ, ਮਤਲਬ 32 + 32 64। ਸੋ 64 ਮਿਸਾਈਲਸ ਇੱਕ ਟਾਈਮ 'ਤੇ ਅਟੈਕ ਹੋ ਸਕਦੀਆਂ ਨੇ ਇੱਕ ਯੂਨਿਟ ਦੇ ਅੰਦਰੋਂ। ਆਪਾਂ ਨੇ ਕਿੰਨੀਆਂ ਖਰੀਦੀਆਂ ਨੇ? ਆਪਾਂ ਨੇ ਖਰੀਦੀਆਂ ਨੇ ਟੋਟਲ 5। ਕੰਮ ਕਿੰਨੇ ਕਰ ਰਹੀਆਂ ਨੇ? 3 ਕਰ ਰਹੀਆਂ ਨੇ, ਠੀਕ ਹੈ। ਅਗੇਨ ਆਈ ਐਮ ਗਿਵਿੰਗ ਦ ਡਿਟੇਲਸ, ਜਿੰਨਾ ਕਿ ਯਾਦ ਹੈਗੀਆਂ ਬਹੁਤ ਆ, ਬਾਕੀ ਇੰਨਾ ਵੀ ਜ਼ਿਆਦਾ ਕਰਨ ਦੀ ਲੋੜ ਨਹੀਂ ਹੈਗੀ, ਬਸ ਮਾੜੇ ਮਾੜੇ ਨਾਮ ਯਾਦ ਰੱਖ ਲਿਓ, ਬਹੁਤ ਰਹੂਗਾ, ਠੀਕ ਹੈ। ਬਾਕੀ ਸਭ ਜੋ ਮੈਨੇ ਬੋਲਿਆ ਉਹ ਇੱਥੇ ਲਿਖਿਆ ਹੋਇਆ, ਇੱਕ ਵਾਰੀ ਗੋ ਥਰੂ ਕਰ ਲਿਓ। ਕੰਪੋਜੀਸ਼ਨ ਸਾਰੀ ਲਿਖੀ ਹੋਈ ਆ। ਇੱਥੇ 6 ਲਾਂਚਰਸ ਹੋ ਗਿਆ, ਸੌਰੀ ਫॉर ਦੀ ਮਿਸਟੇਕ, ਇੱਥੇ 8 ਆਏਗਾ, ਠੀਕ ਹੈ, ਇਹਨੂੰ ਠੀਕ ਕਰ ਲੈਣਾ। ਹਾਂਜੀ, ਇੱਕ ਇੰਪੋਰਟੈਂਟ ਪੁਆਇੰਟ ਰਹਿ ਗਿਆ, ਮੈਂ ਕੀ ਕਿਹਾ? 4 ਤਰੀਕੇ ਦੀਆਂ ਮਿਸਾਈਲ ਨੇ, 4 ਤਰੀਕੇ ਦੇ ਮਿਸਾਈਲ ਸ਼ਾਰਟ ਤੋਂ ਲੌਂਗ ਤੱਕ, ਠੀਕ ਹੈ। 40 ਕਿਲੋਮੀਟਰ ਦੀ ਰੇਂਜ ਦੀ ਇੱਕ ਮਿਸਾਈਲ ਆ, 120 ਰੇਂਜ ਦੀ, 2 ਰੇਂਜ ਦੀ, 400 ਰੇਂਜ ਦੀ। ਯਾਦ ਰੱਖਣਾ ਰੇਂਜ ਵੇਰੀ ਕਰ ਸਕਦੀ ਆ। ਅੱਛਾ, ਅਪ ਹਾਈਟ ਵਰਟੀਕਲ ਕਿੰਨਾ ਟੈਕਲ ਕਰ ਸਕਦੀ ਆ? 30 ਕਿਲੋਮੀਟਰ, ਇਹ ਵੀ ਧਿਆਨ 'ਚ ਰੱਖ ਲਿਓ, ਠੀਕ ਹੈ। ਇਹ ਡਿਟੇਲਸ ਕਦੇ ਪੁੱਛ ਲੈਂਦੇ ਨੇ, ਇੱਕ ਵਾਰੀ ਗੋ ਥਰੂ ਕਰ ਲਿਓ। ਅੱਗੇ ਜੋ ਡੀਲ ਸਾਈਨ ਹੋਈ ਆ ਸਭ ਕੁਛ ਮੈਨੇ ਇੱਥੇ ਲਿਖਤਾ, ਅਤੇ ਬਹੁਤ ਵਧੀਆ ਪਰਫੋਰਮੈਂਸ ਰਹੀ ਹੈ ਇਹਦੀ ਆਪਰੇਸ਼ਨ ਸਿੰਦੂਰ ਦੇ ਵਿੱਚ। ਕਿ ਆਪਣੇ ਦੇਸ਼ ਤੋਂ ਬਿਨਾਂ ਵੀ S-400 ਕੋਈ ਹੋਰ ਖਰੀਦਦਾ? ਬਿਲਕੁਲ ਖਰੀਦੇ ਨੇ। ਹੋਰ ਯੂਜ਼ ਰਸ਼ੀਆ ਚਲੋ ਬਣਾਈ ਰਿਹਾ, ਚਾਈਨਾ ਕੋਲੇ ਹੈਗਾ, ਟਰਕੀ ਕੋਲੇ ਹੈਗਾ, ਅਲਜੀਰੀਆ ਅਤੇ ਬੇਲਾਰੂਸ ਕੋਲੇ ਹੈਗਾ, ਸੀਰੀਆ ਕੋਲੇ ਹੈਗਾ, ਠੀਕ ਹੈ। ਚਲੋ ਹੁਣ ਏਅਰ ਡਿਫੈਂਸ ਸਿਸਟਮ ਤਾਂ ਆਪਾਂ ਨੂੰ ਸਮਝ ਆ ਗਏ। ਏਅਰ ਡਿਫੈਂਸ ਸਿਸਟਮ ਤਾਂ ਜਿਹੜੇ ਮੈਂ ਦੱਸੇ ਸੀ ਯਾਦ ਰੱਖ ਲਿਓ, BMD ਹੈ ਨਾ, ਆਕਾਸ਼, ਬਰਾਕ, S-400 ਆਪਾਂ ਨੇ ਪੜ੍ਹ ਲਏ। ਜਿਵੇਂ ਆਇਰਨ ਡੋਮ ਸੁਣਿਆ ਹੋ ਤੁਸੀਂ, ਆਇਰਨ ਡੋਮ ਕਿੱਥੇ ਦਾ? ਕਿਹਦਾ ਆ? ਇਜ਼ਰਾਈਲ ਦਾ ਆਇਰਨ ਡੋਮ। ਇੱਕ ਆਪਾਂ ਨੇ ਥੋੜ੍ਹਾ ਜਿਹਾ ਬੈਟਰ ਕੀਤਾ ਆਪਣੇ ਏਅਰ ਡਿਫੈਂਸ ਸਿਸਟਮ ਨੂੰ, ਜਿਹੜਾ ਆਪਾਂ ਨੇ ਯੂਜ਼ ਕਰਿਆ ਸੀ ਆਪਰੇਸ਼ਨ ਸਿੰਦੂਰ ਟਾਈਮ ਵੀ। ਆਕਾਸ਼ ਤੀਰ ਸਿਸਟਮ ਸ਼ਾਇਦ ਤੁਸੀਂ ਸੁਣਿਆ ਹੋਵੇ, ਆਕਾਸ਼ ਤੀਰ ਸਿਸਟਮ ਕਾਫੀ ਜ਼ਿਆਦਾ ਯੂਜ਼ ਹੋਇਆ ਸੀ ਆਪਰੇਸ਼ਨ ਸਿੰਦੂਰ ਦੇ ਵਿੱਚ। ਦੈਟ ਇਜ਼ ਇੰਡੀਅਨ ਆਰਮੀ ਹੈਜ਼ ਇੰਡਕਟਡ 100 ਆਕਾਸ਼ ਤੀਰ ਸਿਸਟਮਸ। ਹੈ ਕਿ ਨੇ?
एयर डिफेंस कंट्रोल एंड रिपोर्टिंग सिस्टम्स। ध्यान नाल मेरी गल समझो, एयर डिफेंस विच हुंदा की आ, पहला कंट्रोल सिस्टम हुंदा सारा, विच हुंदियां ने मिसाइल्स। ये कहने कोई मिसाइल्स नहीं हैगियां, कोई मिसाइल्स नहीं हैगियां, ये ब्रेन है सिस्टम दा। इट इज़ वर्किंग लाइक अ CPU, इट इज़ लाइक नर्वस सिस्टम, ठीक है। मिसाइल्स नहीं हैगियां, बाकी कंट्रोल सिस्टम सारा जिहड़ा सेंसर, डिटेक्टर्स, नेविगेशन सेंसर सब कुछ जिहड़ा एक प्रॉपर तुहानूं इन्वायरमेंट देणगे। मिसाइल्स तुसीं कोई भी यूज़ कर लिओ अकॉर्डिंग टू योर रिक्वायरमेंट, ठीक है। दैट इज़ आकाशतीर सिस्टम। इत्थे लिखिया होया Akashtir is essentially a command and control center system for Army's air defense. It is not a missile or radar by itself. Instead, it acts like a brain or a nervous system connecting different radars, sensors, weapons, systems, and they will be act as one unified network. Akashtir system याद रखना air defense control system है। ਇਹਦੇ ਰਿਲੇਟਡ ਇੱਕ ਹੋਰ ਨਿਊਜ਼ ਸੀਗੀ, ਦੈਟ ਵਾਜ਼ ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਸਿਸਟਮ, ਹੈ ਨਾ। ਇਹ ਆਪਾਂ ਨਵਾਂ ਐਡ ਕਰਿਆ, ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਸਿਸਟਮ। ਇੱਦਾਂ ਦਾ ਏਅਰ ਡਿਫੈਂਸ ਸਿਸਟਮ ਜਿਹਦੇ ਵਿੱਚ ਇਟ ਇਜ਼ ਮੈਨ ਪੋਰਟੇਬਲ, ਠੀਕ ਆ, ਮਤਲਬ ਇਨਸਾਨ ਉਠਾ ਸਕਦੇ ਆ। ਵੈਰੀ ਸ਼ਾਰਟ ਰੇਂਜ air defense system is man portable air defense system meant for neutralizing obviously low altitude aerial targets at short range and is critical requirement of the army। ਵੀ ਵੱਡੇ ਵੱਡੀਆਂ ਮਿਸਾਈਲਸ ਬਹੁਤ ਦੂਰੋਂ ਆ ਰਹੀਆਂ ਨੇ, ਵੱਡੀ ਰੇਂਜ ਦੀਆਂ ਨੇ, ਉਹਨਾਂ ਵੱਲ S-400 ਹੈਗਾ, BMD ਹੈਗਾ, ਆਕਾਸ਼ ਹੈਗਾ, ਸਭ ਕੁਛ ਹੈਗਾ। ਇਹ ਛੋਟੇ ਲੈਵਲ ਤੇ ਲੋ ਐਲਟੀਟਿਊਡ ਤੇ ਏਰੀਅਲ ਟਾਰਗੇਟਸ ਨੇ, ਉਹਨੂੰ ਹਿੱਟ ਕਰਨ ਵਾਸਤੇ ਇੱਕ ਮੈਨ पोर्टेबल अपन सिस्टम बनाया जो कि बोलने आप वेरी शॉर्ट रेंज एयर डिफेंस सिस्टम, बस, ठीक है। अगे लिखा होया कि किने किने बनाया, एक बार देख लियो। DRDO लैबोरेटरी प्लस रिसर्च सेंटर इमारत हैदराबाद, उन्होंने मिल के बनाया। ये थोड़े जे बेसिक्स हैं जो आप याद करने हैं, ठीक है। सो आई थिंक यू आर डन विद, लेट मी सी। हाँ जी, अज लिए ना बहुत आ, ये जड़ा बहुत बच्चे पूछते आ ऑनलाइन, मैं बहुत बार कहा भी है, जेडे बच्चे ऐप या प्रोग्राम का पार्ट ने जो आप सीरीज़ शुरू करी हुए हैं PCS दियाँ फ्री सीरीज़, उन्होंने तो ग्रुप से मिल जाएगा, वरना टैलीग्राम चैनल पर मिल जाएगा। एक दो दिन लेट हो जाता, थोड़ा सब्र करना तो मिल जाएगा, ठीक है। नहीं मिलता तो डू लेट मी नो, आई टेक केयर ऑफ दैट थिंग। एक बस वीडियो होर लगनी है, डिफेंस अपना पूरा हो जाना, ठीक है। एंड आई अंडरस्टैंड कई बार बच्चों ने भी हो जाता कि मैम इको वीडियो पूरा कर दो, बहुत ज़्यादा वीडियोज़ हो रही ने। आई गेट योर पॉइंट। सी उपरों उपरों वाला सिस्टम ना पेपर चलता है ना मैनू आता है, ठीक है। बस वो थोड़ी दिक्कत है, वीडियोज़ थोड़े लंबियां हो सकती ने, बट मैं डैम श्योर हाँ कि थोड़ा ये कभी सुने का नुकसान नहीं होगा, ठीक है। सो थैंक यू फॉर द डे। आप दोबारा मिलेंगे इन नेक्स्ट क्लास फॉर डिफेंस टैक्नोलॉजी। एंड आने वाले टाइम के आप MCQ लैके भी आ रहे हैं, बच्चों की रिक्वेस्ट है कि MCQ लैके आओ साइंस टैक्नोलॉजी के PCS वास्ते स्पेसिफिकली। आई विल कम विद द बेसिक साइंस MCQs in 2 to 3 days, ठीक है। So thank you so much.